पंजाब ਦੇ ਵਿੱਚ ਚਰਚਾ ਹੋ ਰਹੀ ਸੀ ਕਿ ਬੀਜੇਪੀ ਦੇ ਸਮੇਂ ਪੈਰ ਨਹੀਂ ਲੱਗ ਰਹੇ ਜਿੰਨੀ ਬੀਜੇਪੀ ਨੇ ਫੋਰਸ ਲਾ ਦਿੱਤੀ ਹੈ ਉਮੀਦ ਕਿੰਨੀ ਕੁ ਨਜ਼ਰ ਆ ਰਹੀ ਹੈ ਤੇ ਜ਼ਮੀਨ ਤੇ ਹਾਲਾਤ ਕੀ ਦੇਖ ਰਹੇ ਹੋ ਬਹੁਤ ਦੇਰ ਨਹੀਂ ਲੱਗੀ ਬੀਜੇਪੀ ਨੂੰ ਐਨਾਲਿਸਿਸ ਕਰਦੇ ਕਰਦੇ ਕਿ ਅਸੀਂ ਗਲਤ ਪਾਰਟਨਰਸ਼ਿਪ 'ਚ ਹੈਗੇ ਆ ਅਸੀਂ ਇੱਕ ਗਲਤ ਜਗ੍ਹਾ ਤੇ ਗਠਬੰਧਨ ਕੀਤਾ ਹੋਇਆ ਕਿਉਂਕਿ ਤੁਸੀਂ ਇਹ ਗੱਲ ਮੰਨਦੇ ਵੀ ਹੋ ਕਿ ਨਾ ਤੇ ਸਾਡਾ ਕੋਈ ਸਿੱਖ ਲੀਡਰ ਬਣਨ ਦਿੱਤਾ ਤੇ ਨਾ ਸਾਨੂੰ ਪਿੰਡਾਂ 'ਚ ਵੜਨ ਦਿੱਤਾ ਨਾ ਕੋਈ ਹਿੰਦੂ ਲੀਡਰ ਖੜਾ ਹੋ ਅਲਾਈਅੰਸ ਜਿਹੜਾ ਪਿਛਲਾ ਚ ਉਹਦੇ ਨਾਲ ਨੁਕਸਾਨ ਹੋਇਆ ਜਿਹੜਾ ਇਸ ਵਾਰ ਅਲਾਈਅੰਸ ਨੂੰ ਲੈ ਕੇ ਪੂਰੇ ਕੌਨਫੀਡੈਂਟ ਹੋ ਕਿ ਸਹੀ ਸਾਬਿਤ ਹੋਏਗਾ ਕੋਈ ਨੁਕਸਾਨ ਤਾਂ ਨਹੀਂ ਕਰੇਗਾ ਦੇਖੋ ਜਦੋਂ ਤੁਸੀਂ ਨਵੀਂ ਮੈਰਿਜ ਜਾਂਦੇ ਹੋ ਯੂ ਗੋ ਵਿਦ ਆਪਟਿਮਿਜ਼ਮ ਐਂਡ ਹੋਪ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬੀਜੇਪੀ ਦੇ ਲੀਡਰ ਚੁੱਪ ਕਿਉਂ ਨੇ ਇੱਕ ਬੀਜੇਪੀ ਨੇ ਉਸ ਤਰ੍ਹਾਂ ਦੇ ਨਾਲ ਕੰਡੈਮ ਕਿਉਂ ਨਹੀਂ ਕੀਤਾ ਨਸ਼ਾ ਕਰਦੇ ਫਿਰ ਬੀਜੇਪੀ ਖੁੱਲ੍ਹ ਕੇ ਕਿਉਂ ਨਹੀਂ ਬੋਲਦੀ ਬੀਜੇਪੀ ਸਿੱਖਾਂ ਦੀ ਪਹਿਲੀ ਚੁਆਇਸ ਕਿਉਂ ਨਹੀਂ ਬਣ ਪਾਈ ਵੱਡੇ ਫੈਸਲੇ ਲੈਣ ਦੇ ਬਾਵਜੂਦ ਵੀ ਹੁਣ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਚੱਲ ਰਿਹਾ ਹੈਗਾ ਕੀ ਬੀਜੇਪੀ ਉਸ 'ਤੇ ਫੈਸਲਾ ਲੈ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਜਿਹੜੀ ਪ੍ਰੋਬਲਮ ਸਿੱਖ ਕਮਿਊਨਿਟੀ ਨਾਲ ਵੀ ਰਹੀ ਹੈ ਉਹ ਇਸ ਲਈ ਰਹੀ ਹੈ ਤੁਸੀਂ ਜੂਨੀਅਰ ਪਾਰਟਨਰ ਆ ਉਹ ਇਹ ਕਹਿੰਦੇ ਰਹੇ ਨੇ ਸਿੱਖੀ ਦੇ ਠੇਕਾ ਸਾਡੇ ਕੋਲ ਹੈ ਇਹ ਹਿੰਦੂ ਪਾਰਟੀ ਹੈ ਅਰਬਨ ਏਰੀਆ ਦਾ ਬਿਲਕੁਲ ਗਲਤ ਗੱਲ ਹੈ ਨਵਜੋਤ ਸਿੰਘ ਸਿੱਧੂ ਦੀ ਜਨਰਲ ਬਾਜਵਾ ਦੇ ਨਾਲ ਜੱਫੀਆਂ ਵਾਲੀ ਪੋਲਿਟਿਕਸ ਚੱਲ ਰਹੀ ਸੀਗੀ ਜਦੋਂ ਤੁਹਾਨੂੰ ਜਨਰਲ ਬਾਜਵਾ ਦੇ ਨਾਲ ਪਾਈ ਜੱਫੀ ਤੇ ਬੀਜੇਪੀ ਨੂੰ ਇਤਰਾਜ਼ ਹੈਗਾ ਤੇ ਸਾਰੀ ਕਾਂਗਰਸ ਜਦੋਂ ਗੱਲ ਕਰਦੀ ਹੈ ਕਿ ਅਰੂਸਾ ਆਲਮ ਘਰ 'ਚ ਬਿਠਾਈ ਹੋਈ ਕੈਪਟਨ ਅਮਰਿੰਦਰ ਸਿੰਘ ਨੇ ਡਿਫੈਂਸ ਐਨਾਲਿਸਿਸ ਫਿਰ ਉਸ 'ਤੇ ਬੀਜੇਪੀ ਚੁੱਪ ਕਿਉਂ ਰਹਿੰਦੀ ਹੈ ਉੱਤਰ ਪ੍ਰਦੇਸ਼ ਹਿਮਾਚਲ ਤੋਂ ਬਾਅਦ ਹਰਿਆਣਾ ਕਨਵਰਜਨ ਨੂੰ ਲੈ ਕੇ ਜਿਹੜਾ ਬਿੱਲ ਆਉਣਾ ਉਹਦਾ ਡਰਾਫਟ ਪਾਸ ਹੋ ਗਿਆ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਕੀ ਧਰਮ ਪਰਿਵਰਤਨ ਨੂੰ ਲੈ ਕੇ ਕਾਨੂੰਨ ਬਣੇਗਾ ਯੈਸ ਇਹ ਹੋ ਹੀ ਨਹੀਂ ਸਕਦਾ ਕਿ ਭਾਰਤੀ ਜਨਤਾ ਪਾਰਟੀ ਦੀ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਤੇ ਕਿਸੇ ਹੋਰ ਪ੍ਰਦੇਸ਼ ਇੱਕ ਪਾਲਿਸੀ ਹੋਏ ਤੇ ਪੰਜਾਬ ਵਿੱਚ ਦੂਜੀ ਹੋਏ ਗੱਲ ਪੰਜਾਬ ਵਿਧਾਨ ਸਭਾ ਚੋਣਾਂ ਦੀ ਹੋ ਰਹੀ ਹੈ ਚਰਚਾ ਹਰ ਪਾਸੇ ਚੋਣਾਂ ਦੀ ਹੋ ਰਹੀ ਹੈ ਬੀਜੇਪੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਸਮੇਂ ਪੂਰੀ ਤਾਕਤ ਝੋਂਕ ਦਿੱਤੀ ਹੈ ਬੀਜੇਪੀ ਦੇ ਸਾਰੇ ਵੱਡੇ ਚਿਹਰੇ ਪੰਜਾਬ ਦੇ ਵਿੱਚ ਨੁੱਕੜ ਮੀਟਿੰਗਾਂ ਕਰਦੇ ਨਜ਼ਰ ਆ ਰਹੇ ਨੇ ਇਹ ਅਜਿਹੇ ਹੀ ਬੀਜੇਪੀ ਦਾ ਇੱਕ ਵੱਡੇ ਲੀਡਰ ਅੱਜ ਸਾਡੇ ਨਾਲ ਮੰਚ ਤੇ ਪਹੁੰਚੇ ਨੇ ਦੇਸ਼ ਦੇ ਪੈਟਰੋਲੀਅਮ ਐਂਡ ਨੈਚੁਰਲ ਗੈਸ ਐਂਡ ਹਾਊਸਿੰਗ ਐਂਡ ਅਰਬਨ ਅਫੇਅਰਸ ਮਿਨਿਸਟਰ ਹਰਦੀਪ ਪੁਰੀ ਸਾਹਿਬ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ ਪੰਜਾਬ ਚੋਣਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਬੀਜੇਪੀ ਦੇ ਇੰਨੇ ਵੱਡੇ ਲੀਡਰ ਮੈਦਾਨ ਦੇ ਵਿੱਚ ਉਤਰ ਆਏ ਨੇ ਬੀਜੇਪੀ ਦੀ ਸਿਆਸੀ ਜ਼ਮੀਨ ਇਸ ਸਮੇਂ ਕਿੰਨੀ ਕੁ ਹੈਗੀ ਹੈ ਇਸ ਬਾਰੇ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੈਨਿਕ ਸਵੇਰਾ ਮੀਡੀਆ ਨੈਟਵਰਕ ਦੇ ਐਡੀਟਰ ਇਨ ਚੀਫ ਐਂਡ ਚੇਅਰਮੈਨ ਸ਼੍ਰੀ ਸ਼ੀਤਲ ਵਿਜ ਜੀ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਸਰ ਕਾਈਂਡਲੀ ਮੰਚ ਤੇ ਆਉਣ ਤੇ ਸਨਮਾਨ ਚਿੰਨ੍ਹ ਭੇਂਟ ਕਰਨ ਪੁਰੀ ਸਾਹਿਬ ਸੋ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਹਰਦੀਪ ਪੁਰੀ ਦੇ ਨਾਲ ਅਸੀਂ ਗੱਲਬਾਤ ਅੱਗੇ ਤੋਰਾਂਗੇ ਪੁਰੀ ਸਾਹਿਬ ਤੁਸੀਂ ਵੀ ਪੰਜਾਬ ਦੇ ਵਿੱਚ ਆ ਗਏ ਬੀਜੇਪੀ ਨੇ ਪੂਰੀ ਤਾਕਤ ਝੋਂਕ ਦਿੱਤੀ ਕੀ ਲੱਗ ਰਿਹਾ ਹੈ ਜ਼ਮੀਨੀ ਹਾਲਾਤ ਦਾ ਐਨਾਲਿਸਿਸ ਕਿਵੇਂ ਕਰ ਰਹੇ ਹੋ ਬੇਸਿਕ ਸਵਾਲ ਤੋਂ ਅਸੀਂ ਸ਼ੁਰੂਆਤ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਸੀ ਕਿ ਬੀਜੇਪੀ ਦੇ ਸਮੇਂ ਪੈਰ ਨਹੀਂ ਲੱਗ ਰਹੇ ਜਿੰਨੀ ਬੀਜੇਪੀ ਨੇ ਫੋਰਸ ਲਾ ਦਿੱਤੀ ਹੈ ਉਮੀਦ ਕਿੰਨੀ ਕੁ ਨਜ਼ਰ ਆ ਰਹੀ ਹੈ ਤੇ ਜ਼ਮੀਨ ਤੇ ਹਾਲਾਤ ਕੀ ਦੇਖ ਰਹੇ ਹੋ ਜਿਸ ਗਠਬੰਧਨ ਵਿੱਚ ਅਸੀਂ ਪਹਿਲੇ ਸੀਗੇ ਉਹ ਗਠਬੰਧਨ ਸਾਨੂੰ ਬੜਾ ਮਹਿੰਗਾ ਪਿਆ ਕਿਉਂਕਿ ਪੰਜਾਬ ਦੀ 117 ਸੀਟ ਦੀ ਅਸੈਂਬਲੀ ਹੈ ਸਾਡੇ ਤੇ 2 ਵਿਧਾਇਕ ਹੈਗੇ ਪਹਿਲੇ 3 ਸੀਗੇ ਤੇ 117 ਵਿੱਚੋਂ ਅਸੀਂ ਕਦੀ 22-23 ਸੀਟਾਂ ਤੋਂ ਜ਼ਿਆਦਾ ਤੇ ਲੜੇ ਹੀ ਨਹੀਂ ਆ ਤੇ ਉਸ ਗਠਬੰਧਨ ਨੇ ਸਾਨੂੰ ਜੂਨੀਅਰ ਪਾਰਟਨਰ ਬਣਾ ਦਿੱਤਾ ਸੀਗਾ ਤੇ ਪੰਜਾਬ ਜਿਹੜਾ ਇੱਕ ਸੈਂਸਿਟਿਵ ਬਾਰਡਰ ਸਟੇਟ ਹੈ ਉੱਥੇ ਸਾਡੀ ਪ੍ਰੈਜ਼ੈਂਸ ਹੀ ਨਹੀਂ ਸੀਗੀ ਅੰਗਰੇਜ਼ੀ ਕਹਿੰਦੇ ਨਾ ਦਿਸ ਵਾਸ ਅ ਬੈਡ ਮੈਰਿਜ ਤੇ ਚੰਗਾ ਹੋਇਆ ਉੱਥੋਂ ਛੁਟਕਾਰਾ ਮਿਲਿਆ ਖੁਦ ਹੀ ਛੱਡ ਗਏ ਨਹੀਂ ਵੀ ਜਾਂਦੇ ਤਾਂ ਸਾਨੂੰ ਦੁਬਾਰਾ ਸੋਚ ਕਰਨਾ ਪੈਂਦਾ ਸਾਰੀ ਗਠਬੰਧਨ ਦਾ ਇੱਕ ਜਿਹੜਾ ਮੇਜਰ ਰਿਜ਼ਲਟ ਹੈ ਇਹਨਾਂ ਨੇ ਸਾਡਾ ਕੋਈ ਸਿੱਖ ਚਿਹਰਾ ਉੱਠਣ ਹੀ ਨਹੀਂ ਦਿੱਤਾ ਮੈਂ ਸਮਝਦਾ ਕਿ ਇਹ ਮੌਕਾ ਨਤੀਜਾ ਜੋ ਵੀ ਆਏਗਾ ਅਗਰ ਤੁਸੀਂ ਮੇਰੀ ਪਰਸਨਲ ਵਿਊ ਲਓ ਤਾਂ ਮੇਰੀ ਪਰਸਨਲ ਵਿਊ ਬੜੀ ਆਪਟਿਮਿਸਟਿਕ ਹੈ ਬਿਲਕੁਲ ਮੈਂ ਤਾਂ ਸਮਝਦਾ ਕਿ ਇਹ ਸਾਡੇ ਵਾਸਤੇ ਗੋਲਡਨ ਓਪਰਚੁਨਿਟੀ ਹੈਗੀ ਕਿ ਅਸੀਂ ਉਹਨਾਂ ਹਲਕਿਆਂ ਜਿੱਥੇ ਸਾਡੀ ਪ੍ਰੈਜ਼ੈਂਸ ਨਹੀਂ ਸੀ ਅਸੀਂ ਉੱਥੇ ਆਪਣੀ ਪ੍ਰੈਜ਼ੈਂਸ ਬਣਾਈ ਹੈ ਤੇ ਬਾਕੀ ਹਲਕਿਆਂ 'ਚ ਹੁਣ ਜਿਸ ਤਰ੍ਹਾਂ ਜਲੰਧਰ ਲੁਧਿਆਣਾ ਬਾਕੀ ਜਗ੍ਹਾ 'ਤੇ ਸਾਡੀ ਪਾਰਟੀ ਦੀ ਪ੍ਰੈਜ਼ੈਂਸ ਹੈਗੀ ਪਹਿਲੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਤਰਫੋਂ 65 ਸੀਟ ਲੜ ਰਹੇ ਸੀਗੇ ਬਟ ਕੁਝ
ਸਾਡੇ ਸਹਿਯੋਗੀ ਜਿਹੜੇ ਅਲਾਇੰਸ ਪਾਰਟਨਰਸ ਹੈ ਉਹਨਾਂ ਦੇ ਕੈਂਡੀਡੇਟਸ ਨੇ ਇਹ ਕਿਹਾ ਕਿ ਉਹ ਸਾਡੇ ਕਮਲ ਦੇ ਫੁੱਲ ਦੇ ਸਿੰਬਲ ਤੇ ਲੜਨਾ ਚਾਹੁੰਦੇ ਨੇ ਤੇ ਆਈ ਥਿੰਕ ਵੀ ਆਰ ਫਾਈਟਿੰਗ 73 ਐਜ਼ ਅ ਰਿਜ਼ਲਟ ਆਫ ਦੈਟ। ਸਾਡੀਆਂ 73 ਚੋਂ ਅਸੀਂ 50% ਜਿੱਤ ਜਾਂਦੇ ਹਾਂ, ਸਾਡੇ ਅਲਾਇੰਸ ਪਾਰਟਨਰਸ ਕੁਝ ਲੈ ਆਉਂਦੇ ਆ, ਵੀ ਮੇ ਐਂਡ ਅਪ ਈਵਨ ਐਜ਼ ਅ ਸਿੰਗਲ ਲਾਰਜੈਸਟ ਪਾਰਟੀ। ਅਰੇ 9 ਦਿਨ ਰਹਿੰਦੇ ਨੇ ਚੁਣਾਵ ਵਾਸਤੇ, ਪ੍ਰੋਸੈਸ ਲੇਟ ਸ਼ੁਰੂ ਹੋਈ ਹੈ। ਮੈਨੂੰ ਲੱਗਦਾ ਹੈ ਕਿ ਜਿਹੜੀ ਜ਼ਮੀਨ ਤੇ ਸਥਿਤੀ ਹੈ, ਜਿਹੜਾ ਤੁਹਾਡਾ ਸਵਾਲ ਸੀਗਾ, ਇਟ ਲੁਕਸ ਵੈਰੀ ਫੇਵਰੇਬਲ ਫॉर ਬੀਜੇਪੀ। 94 ਸੀਟਾਂ ਐਸੀਆਂ ਨੇ ਜਿਹੜੀਆਂ ਪਿਛਲੇ 30 ਸਾਲ ਤੋਂ ਬੀਜੇਪੀ ਨੇ ਲੜੀਆਂ ਹੀ ਨਹੀਂ। 23 ਸੀਟਾਂ ਤੇ ਲੜਦੇ ਸੀਗੇ, 23 ਚੋਂ 3 ਆਉਂਦੀਆਂ ਰਹੀਆਂ, ਹਨਾ। ਪਿਛਲੀ ਵਾਰੀ 3 ਆ ਗਈਆਂ। ਹੁਣ ਤੁਹਾਨੂੰ ਸਰਕਾਰ ਬਣਾਉਣ ਲਈ 69 ਸੀਟਾਂ 59 ਸੀਟਾਂ ਚਾਹੀਦੀਆਂ ਨੇ। ਅੱਜ ਦੇ ਸਿਨੈਰੀਓ ਦੇ ਵਿੱਚ ਜ਼ਮੀਨੀ ਹਕੀਕਤ ਤੁਸੀਂ ਦੱਸ ਰਹੇ ਹੋ, ਸਰਵੇਸ ਤੁਹਾਡੇ ਬਿਲਕੁਲ ਅਗੇਂਸਟ ਆ ਰਹੇ ਨੇ। ਦੂਸਰੀ ਚੀਜ਼ ਇਹ, ਤੁਸੀਂ ਕਿਹਾ ਜਿਹੜੀ ਕਹਿ ਰਹੇ ਹੋ ਵੀ ਇੱਕ ਬੈਡ ਮੈਰਿਜ ਸੀਗੀ, ਬਹੁਤ ਦੇਰ ਨਹੀਂ ਲੱਗੀ ਬੀਜੇਪੀ ਨੂੰ ਐਨਾਲਿਸਿਸ ਕਰਦੇ ਕਰਦੇ ਕਿ ਅਸੀਂ ਗਲਤ ਪਾਰਟਨਰਸ਼ਿਪ 'ਚ ਹੈਗੇ ਆ, ਅਸੀਂ ਇੱਕ ਗਲਤ ਜਗ੍ਹਾ ਤੇ ਗਠਬੰਧਨ ਕੀਤਾ ਹੋਇਆ, ਕਿਉਂਕਿ ਤੁਸੀਂ ਇਹ ਗੱਲ ਮੰਨਦੇ ਵੀ ਹੋ ਕਿ ਨਾ ਤੇ ਸਾਡਾ ਕੋਈ ਸਿੱਖ ਲੀਡਰ ਬਣਨ ਦਿੱਤਾ ਤੇ ਨਾ ਸਾਨੂੰ ਪਿੰਡਾਂ 'ਚ ਵੜਨ ਦਿੱਤਾ, ਨਾ ਕੋਈ ਹਿੰਦੂ ਲੀਡਰ ਖੜਾ ਹੋਣ ਦਿੱਤਾ। ਕਿ ਜਿਹੜੇ ਹਿੰਦੂ ਲੀਡਰ ਸਾਡੇ ਕੋਆਪ ਕੀਤੇ ਨੇ, ਉਹਨਾਂ ਨੇ ਇੱਕ ਦੋ ਨੇ ਉਹਨਾਂ ਨੂੰ ਜੁਆਇਨ ਕਰ ਲਿਆ, ਉਹਨਾਂ ਦੇ ਆਈ ਡੋਂਟ ਨੋ ਦ ਨੇਮ ਪੀਪਲ। ਦੇਖੋ, ਪਹਿਲੀ ਗੱਲ ਤਾਂ ਤੁਸੀਂ ਕਮੈਂਟ ਕੀਤਾ ਸਰਵੇਸ ਤੇ। ਪਿਛਲਾ ਜਿਹੜਾ ਇੱਕ ਸਰਵੇ ਆਇਆ ਹੈ ਵਿਚ ਇਜ਼ ਗਿਵਿੰਗ ਬੀਜੇਪੀ 3 to 11 ਸੀਟਸ, they are all prior to the ground situation changing। ਠੀਕ ਹੈ, ਸ਼ੁਰੂ ਵਿੱਚ ਸਰਵੇਜ਼ ਆਏ ਸੀਗੇ ਕਿ ਇੱਕ ਨਵਾਂ ਜਿਹੜਾ ਪੋਲੀਟੀਕਲ ਸਟਾਰਟਅਪ ਹੈ, ਉਹ ਕਹਿੰਦੇ ਉਹ ਅਸੀਂ ਦਿੱਲੀ ਤੋਂ ਆਉਂਦੇ ਨੇ, ਉਹ ਆਮ ਆਦਮੀ ਪਾਰਟੀ, ਉਹ ਕਹਿੰਦੇ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣਾ ਚਾਹੁੰਦੇ ਨੇ। ਠੀਕ ਹੈ, ਪਹਿਲੇ ਦਿੱਲੀ 'ਚ 21 ਡਰਾਈ ਦਿਨ ਹੁੰਦੇ ਸੀਗੇ, ਹੁਣ ਸ਼ਾਇਦ 3 ਰਹਿ ਗਏ ਨੇ। ਮੈਂ ਅਰਬਨ ਅਫੇਅਰਸ, ਹਾਊਸਿੰਗ ਐਂਡ ਅਰਬਨ ਅਫੇਅਰਸ ਮਿਨਿਸਟਰ ਹੈਗਾ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੈਗੇ ਉਹ ਮੇਰੇ ਕੋਲ ਆਉਂਦੇ ਨੇ, ਉਹ ਕਹਿੰਦੇ ਜਾਨ ਛੁਟਵਾਓ, ਇਹ ਤਾਂ ਹਰੇਕ ਰੈਜ਼ੀਡੈਂਸ਼ੀਅਲ ਕਾਲੋਨੀ 'ਚ ਇਹਨੇ दारू ਦਾ ਠੇਕਾ ਖੁਲਵਾ ਦਿੱਤਾ। अगर दिल्ली ये उसने निकिता है तो पंजाब देखिए, पंजाब में 3 समस्याएं हैं आपकी, लैंड माफिया, सैंड माफिया, लिकर माफिया, और भी कई किस्म के माफियाज हैं। मैं पढ़ना नहीं चाहता क्योंकि यहाँ पे जो एडमिनिस्ट्रेटिव और गवर्नेंस स्टाइल रहा है तो देख लो, पता नहीं ना किसी का होएगा, उन्होंने पिछे तो खुरेदो थोड़ा जा, वो एक चीज़ निकलती है। नहीं बिल्कुल, ਤੁਹਾਨੂੰ ਨਾਮ ਲੈ ਲੈਣਾ ਚਾਹੀਦਾ। ਤੁਸੀਂ ਓਪਨ ਪਲੇਟਫਾਰਮ ਤੇ ਲੋਕ ਸੁਣ ਰਹੇ ਨੇ, ਪੂਰੀ ਸਭ ਤੁਹਾਨੂੰ ਇਲੈਕਸ਼ਨਸ ਨੇ, ਹੁਣ ਲੋਕਾਂ ਨੂੰ ਕਲੈਰਿਟੀ ਦਿਓਗੇ ਨਾ ਤੁਸੀਂ। ਦੇਖੋ ਸਾਨੂੰ ਉਹ ਗਠਬੰਧਨ ਕਿਉਂ ਮਹਿੰਗਾ ਪਿਆ, ਤੁਹਾਡਾ ਸਵਾਲ ਪੁੱਛਣਾ ਸਹੀ ਹੈ ਕਿ ਤੁਹਾਨੂੰ ਇੰਨਾ ਸਮਾਂ ਕਿਉਂ ਲੱਗਿਆ। ਭਾਈ ਉਸ ਵਕਤ ਕੁਝ ਮਜਬੂਰੀਆਂ ਸੀਗੀਆਂ, ਜਦੋਂ ਇੱਥੇ ਇੱਕ ਬਾਰਡਰ ਸੈਂਸਿਟਿਵ ਸਟੇਟ ਵਿੱਚ ਹੈ, ਪਰ ਥੋੜੀ ਦੇਰ ਬਾਅਦ ਸਾਨੂੰ ਸਮਝ ਆ ਗਈ ਹੈ ਭਾਈ ਸਾਡੇ ਆਪਣੇ ਕੈਂਡੀਡੇਟਸ ਸਫਰ ਕਰਦੇ ਸੀਗੇ ਉਸ ਗਠਬੰਧਨ ਦੇ ਕਾਰਨ, ਕਿਉਂਕਿ ਉਹਨਾਂ ਦੀ ਛਵੀ ਖਰਾਬ ਹੈ, ਸਾਡੇ ਤਾਂ ਪੈਂਦੀ ਸੀਗੀ। ਹੁਣ ਜੋ ਅਸੀਂ ਕੈਂਡੀਡੇਟ ਖੜੇ ਕੀਤੇ ਨੇ, ਇੱਕਦਮ ਆਪਣੀ ਤਰਫੋਂ ਜੋ ਅਸੀਂ ਕੋਸ਼ਿਸ਼ ਕੀਤੀ ਹੈ, ਇੱਕ ਨਵਾਂ ਪੰਜਾਬ, ਨਿਊ ਬਿਗਿਨਿੰਗ, ਤੇ ਮੈਂ ਸਮਝਦਾ ਕਿ ਇਹ ਕੰਟੈਕਸਟ ਵੀ ਦੂਜਾ ਹੈ। 303 ਸੀਟਾਂ ਹੈਗੀਆਂ ਸਾਡੀਆਂ ਲੋਕ ਸਭਾ ਵਿੱਚ, ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਡਬਲ ਇੰਜਨ ਦੀ ਸਰਕਾਰ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇੰਡੀਆ, ਭਾਰਤ ਇੱਕ ਤਰਫ ਜਾ ਰਿਹਾ ਤੇ ਪੰਜਾਬ ਸਟੈਡੀ ਰਹਿ ਕੇ ਗਿਰ ਰਿਹਾ, ਇਹ ਅੰਤਰ ਹੈਗਾ ਮੋਟਾ। ਤੁਸੀਂ ਖੁਦ ਹੀ ਦੂਸਰਾ ਇੰਪੋਰਟੈਂਟ ਤਾਰ ਪੰਜਾਬ ਦਾ ਛੇੜ ਦਿੱਤਾ ਕਿ ਮਾਫੀਆ ਹੈਗਾ। ਮਾਫੀਆ ਦਾ ਜ਼ਿਕਰ ਪੰਜਾਬ ਦੇ ਵਿੱਚ ਉਦੋਂ ਵੀ ਹੁੰਦਾ ਸੀ ਜਦੋਂ ਤੁਸੀਂ ਗੱਠਜੋੜ ਦੇ ਵਿੱਚ ਸੀਗੇ, ਔਰ ਜਦੋਂ ਖੁਦ ਹਰਦੀਪ ਪੁਰੀ ਨੇ ਅੰਮ੍ਰਿਤਸਰ ਤੋਂ ਇਲੈਕਸ਼ਨ ਲੜੀ ਸੀ, ਪੰਜਾਬ 'ਚ ਮਾਫੀਆ ਦਾ ਜ਼ਿਕਰ ਉਦੋਂ ਵੀ ਸੀ। ਔਰ ਉਸੇ ਸਬੰਧ ਦੇ ਵਿੱਚ ਕਾਂਗਰਸ ਸਰਕਾਰ ਨੇ FIR ਦਰਜ ਕਰ ਦਿੱਤੀ ਨਸ਼ੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ। ਸ਼੍ਰੋਮਣੀ ਅਕਾਲੀ ਦਲ ਤੇ ਡਿਫੈਂਸਿਵ ਪੋਜੀਸ਼ਨ ਦੇ ਵਿੱਚ ਆ ਗਿਆ। ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬੀਜੇਪੀ ਦੇ ਲੀਡਰ ਚੁੱਪ ਕਿਉਂ ਨੇ? ਫਿਰ ਬੀਜੇਪੀ ਨੇ ਉਸ ਤਰ੍ਹਾਂ ਦੇ ਨਾਲ ਕੰਡੈਮ ਕਿਉਂ ਨਹੀਂ ਕੀਤਾ? ਨਸ਼ਾ ਕਰਦੇ ਫਿਰ ਬੀਜੇਪੀ ਖੁੱਲ੍ਹ ਕੇ ਕਿਉਂ ਨਹੀਂ ਬੋਲਦੀ? ਦੇਖੋ, ਮੈਂ ਬੀਜੇਪੀ ਨੇ ਕੰਡੈਮ ਕੀਤਾ ਹੈ, ਨਸ਼ੇ ਨੂੰ ਵੀ ਕੰਡੈਮ ਕੀਤਾ ਹੈ, ਤੇ ਨਸ਼ੇ ਨੂੰ ਡੀਲ ਕਰਨ ਵਾਸਤੇ ਜੋ ਕਦਮ ਉਠਾਣੇ ਚਾਹੀਦੇ ਅਸੀਂ ਬਿਲਕੁਲ ਡਿਮਾਂਡ ਕੀਤਾ। ਔਰ ਇਹ ਸਿਰਫ ਜਦੋਂ ਅਕਾਲੀਆਂ ਦੀ ਸਰਕਾਰ ਦੀ ਉਸ ਵਕਤ ਦਾ ਗੱਲ ਨਹੀਂ ਕਰ ਰਹੇ ਹਾਂ। ਦੇਖੋ 2014 ਤੋਂ ਅਸੀਂ ਤਾਂ 2014 'ਚ ਆਏ ਹਾਂ। ਇਹ ਸਵਾਲ ਪੁੱਛਿਆ ਗਿਆ ਜਦੋਂ
ਅਸੀਂ ਆਪਣਾ ਸੰਕਲਪ ਪੱਤਰ ਜਿਹੜਾ ਹੈਗਾ ਚੰਡੀਗੜ੍ਹ ਵਿੱਚ ਕੈਪਟਨ ਸਾਹਿਬ ਤੇ ਢੀਂਡਸਾ ਸਾਹਿਬ ਨਾਲ ਰਿਲੀਜ਼ ਕਰ ਰਹੇ ਸੀਗੇ ਤੇ ਸਵਾਲ ਪੁੱਛਿਆ ਗਿਆ, ਮੈਂ ਕਿਹਾ ਮੈਂ ਜਵਾਬ ਦੇ ਦਿਆਂਗਾ, ਪਹਿਲੇ ਕੈਪਟਨ ਸਾਹਿਬ ਨੂੰ ਬੋਲਣ ਦਿਓ। ਤਾਂ ਕੈਪਟਨ ਸਾਹਿਬ ਨੇ ਕਿਹਾ ਉਹਨਾਂ ਨੇ ਆਪਣੇ ਟਾਈਮ ਵਿੱਚ 63,000 ਬੰਦੇ ਅੰਦਰ ਕੀਤੇ ਨੇ। ਇਸ ਨੂੰ ਕੰਪੇਅਰ ਕਰ ਲਓ ਪਿਛਲੇ ਪੀਰੀਅਡ ਨਾਲ। ਕੈਪਟਨ ਸਾਹਿਬ ਨੇ ਇਹ ਵੀ ਕਿਹਾ ਕਿ ਦੇਖੋ ਇਹ ਤੁਸੀਂ ਆਪਣੇ ਬਾਰਡਰ ਤੇ ਸਟੇਟ ਦੇ ਜਿਹੜੇ ਬਾਰਡਰ ਉਹਨਾਂ ਤੋਂ ਸੀਲ ਕਰ ਨਹੀਂ ਸਕਦੇ, ਕੁਝ ਉਰੀ ਤੋਂ ਆ ਜਾਂਦਾ ਮਾਲ, ਕੁਝ ਰਾਜਸਥਾਨ ਤੋਂ ਆ ਜਾਂਦਾ। ਪਰ ਮੈਂ ਉਸ ਵਕਤ ਇਹ ਕਿਹਾ ਸੀਗਾ, ਮੈਂ ਕਿਹਾ ਬਾਕੀ ਜਿਹੜੀਆਂ ਡਰੱਗਸ ਨਸ਼ਾ ਇੰਪੋਰਟ ਹੁੰਦਾ ਉਹ ਤਾਂ ਇੱਕ ਤਰਫ ਹੈ, ਪਰ ਦੂਜੀ ਤਰਫ ਦੂਜੀ ਚੀਜ਼ ਵੀ ਤਾਂ ਦੇਖੋ, ਤੁਹਾਡੇ ਆਪਣੇ ਸ਼ਹਿਰਾਂ ਦੇ ਅੰਦਰ ਸਿੰਥੈਟਿਕ ਡਰੱਗ ਮੈਨੂਫੈਕਚਰਿੰਗ ਹੋ ਰਹੀ ਹੈ। ਅਗਰ ਕੰਜ਼ਿਊਮਰ ਨੂੰ ਪਤਾ ਹੈ ਕਿ ਕਿੱਥੇ ਉਹਨੇ ਜਾਣਾ ਹੈ, ਤੇ ਸਪਲਾਇਰ ਨੂੰ ਪਤਾ ਕਿੱਥੋਂ ਲਿਆ ਕੇ ਉਹਨੂੰ ਕੰਜ਼ਿਊਮਰ ਨੂੰ ਦੇਣੀ ਹੈ, ਤੇ ਤੁਹਾਡੀਆਂ ਲਾਅ ਇਨਫੋਰਸਮੈਂਟ ਅਥਾਰਟੀਜ਼ ਨੂੰ ਨਹੀਂ ਪਤਾ। ਮਹਾਰਾਜ ਸਾਡੀ ਪ੍ਰੋਬਲਮ ਇਹ ਰਹੀ ਹੈ ਕਿ ਜੋ ਲੋਕ ਸੱਤਾ ਵਿੱਚ ਰਹੇ ਨੇ, ਜੋ ਪਾਵਰ ਸੈਂਟਰ ਵਿੱਚ ਸੀਗੇ, ਉੱਥੇ ਫਾਲਟ ਲਾਈਨਸ ਰਹੀਆਂ ਨੇ, ਤਾਂ ਉਹਨਾਂ ਨੇ ਡਰੱਗ ਮਾਫੀਆ ਨੂੰ ਪ੍ਰੋਟੈਕਸ਼ਨ ਦਿੱਤੀ ਹੈ। ਕਿਹੜੇ ਪਾਵਰ ਸੈਂਟਰ, ਇਹ ਵੀ ਕਲੀਅਰ ਕਰੋ। ਜਿਨ੍ਹਾਂ ਦੀ ਸਰਕਾਰ ਸੀਗੀ। ਦੇਖੋ ਕੈਪਟਨ ਸਾਹਿਬ ਨੇ ਤਾਂ ਬੜੀ ਵਾਰੀ ਕੋਸ਼ਿਸ਼ ਕੀਤੀ ਹੈ। ਕੱਲ ਮੈਂ ਉਸ ਪ੍ਰੈਸ ਕਾਨਫਰੰਸ ਵਿੱਚ ਜਦੋਂ ਮੈਂ ਵੀ ਸੀਗਾ, ਉਹਨਾਂ ਨੇ ਕਿਹਾ ਕਿ ਸੋਨੀਆ ਜੀ ਨੇ ਵੀ ਉਹਨਾਂ ਨੂੰ ਬੁਲਾ ਕੇ ਕਿਹਾ ਕਾਂਟ ਯੂ ਡੂ ਸਮਥਿੰਗ ਅਬਾਊਟ ਇਟ। ਉਹਨਾਂ ਨੇ ਕਿਹਾ ਜੀ ਇਹ ਲਿਸਟ ਲੈ ਲਓ, ਇਹ ਲਿਸਟ ਲੈ ਲਓ। ਹੁਣ ਦੇਖੋ ਅਸੀਂ ਸਬਸਟੈਂਟਿਵ ਸਾਡੀ ਅਰਬਨ ਵੋਟ ਦੇ ਬਾਵਜੂਦ ਸਾਡੀ ਜਿਹੜੀ ਅਲਾਇੰਸ ਸੀ ਉਸ ਕਰਕੇ ਅਸੀਂ ਸਫਰ ਕੀਤਾ ਸੀ। ਹੁਣ ਕੰਟਰੀ ਦੇ ਪਿਛਲੇ ਬਜਟ ਵਿੱਚ 9.2% ਰੇਟ ਆਫ ਗਰੋਥ ਹੋਈ ਆ, ਠੀਕ ਹੈ। ਅਸੀਂ ਪੰਜਾਬ ਵਾਸਤੇ ਕੀ ਪ੍ਰੋਮਿਸ ਕੀਤਾ ਇਸ ਵਾਰ? 1 ਲੱਖ ਕਰੋੜ ਦਾ ਪੈਕੇਜ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਵਾਸਤੇ। ਐਗਰੀਕਲਚਰ ਇਸ ਵਿੱਚ ਕੀ ਪ੍ਰੋਮਿਸ ਕੀਤਾ? ਕੱਲ ਅਸੀਂ ਆਪਣਾ ਫੁੱਲ ਮੈਨੀਫੈਸਟੋ ਰਿਲੀਜ਼ ਕਰਨੇ ਜਾ ਰਿਹਾ, ਉਸ ਨੂੰ ਪੜ੍ਹ ਲੈਣਾ। ਸਾਡੀ ਅਪਰੋਚ ਪੰਜਾਬ ਵਿੱਚ ਇਕਨੋਮਿਕ ਐਕਟੀਵਿਟੀ ਨੂੰ ਰਿਵਾਈਵ ਕਰਨ ਵਾਸਤੇ, ਇੰਪਲੋਇਮੈਂਟ ਜਨਰੇਸ਼ਨ ਵਾਸਤੇ। ਨਹੀਂ ਤਾਂ ਹੋ ਕੀ ਜਾਏਗਾ, ਐਗਰੀਕਲਚਰ ਵਿੱਚ ਤੇ ਤੁਹਾਡਾ ਵਾਟਰ ਲੈਵਲ ਸਾਡਾ ਗਿਰ ਰਿਹਾ, ਇਹ ਰੇਗਿਸਤਾਨ ਬਣ ਜਾਏਗਾ। ਤੇ ਸਾਰਾ ਯੂਥ ਜਿਹੜਾ ਹੈ ਨਾ, ਅਗਰ ਇਕਨੋਮਿਕ ਐਕਟੀਵਿਟੀਜ਼ ਨਹੀਂ ਹੋਣ ਤੇ ਇਹ ਯੂਥ ਸਾਰਾ ਉੱਠ ਕੇ ਬਾਹਰਲੇ ਮੁਲਕਾਂ ਜਾਂ ਬਾਹਰਲੇ ਸਟੇਟਸ ਵਿੱਚ ਚਲਾ ਰਿਹਾ। ਪਿਛਲੇ 2 ਸਾਲਾਂ ਵਿੱਚ 15,000 ਇੰਡਸਟਰੀ ਪੰਜਾਬ 'ਚੋਂ ਸ਼ਿਫਟ ਕੀਤੀ ਹੈ। ਕਾਂਗਰਸ ਦੇ ਅੰਦਰ ਇਸ ਵਕਤ ਸਿਵਲ ਵਾਰ ਹੋ ਰਿਹਾ, ਠੀਕ ਹੈ। ਮਿਸਿਸ ਸਿੱਧੂ ਮੈਡਮ ਨੇ ਕਿਹਾ ਕਿ ਉਹ ਇਸ ਲਈ ਨਹੀਂ ਨਵਜੋਤ ਜੀ ਨੂੰ ਸਪੋਰਟ ਕਰਦੇ ਨੇ ਸੀਐਮ ਵਾਸਤੇ ਕਿਉਂਕਿ ਉਹਨਾਂ ਦਾ ਹਸਬੰਡ ਪਰ ਸਭ ਤੋਂ ਕੰਪੀਟੈਂਟ ਹੈ। ਕਾਂਗਰਸ ਇਸ ਚੁਣਾਵ ਵਿੱਚ ਕਿਸ ਤਰ੍ਹਾਂ ਉਤਰ ਰਹੀ ਹੈ, ਅਕਾਲੀ ਵੀ ਕਿਸ ਤਰ੍ਹਾਂ ਉਤਰ ਰਹੇ ਨੇ, ਆਮ ਆਦਮੀ ਪਾਰਟੀ ਵੀ ਕਿਸ ਤਰ੍ਹਾਂ ਉਤਰ ਰਹੀ ਹੈ। ਤੁਸੀਂ ਸੀਰੀਅਸਲੀ ਸੋਚਦੇ ਹੋ ਕਿ ਕੇਜਰੀਵਾਲ ਜੀ ਚਾਹਣਗੇ ਕਿ ਭਗਵੰਤ ਮਾਨ ਬਣ ਜਾਏ ਚੀਫ ਮਿਨਿਸਟਰ? ਤੁਸੀਂ ਮਨ ਇਸ ਜਵਾਬ ਮੈਨੂੰ ਤੁਸੀਂ ਦਿਓ। ਅਸੀਂ ਆਵਾਂਗੇ, ਅਸੀਂ ਕੇਜਰੀਵਾਲ ਤੇ ਵੀ ਆਵਾਂਗੇ, ਸਿੱਧੂ ਮਜੀਠੀਆ ਸਭ ਤੇ ਆਵਾਂਗੇ, ਪਰ ਪਹਿਲਾਂ ਤੁਸੀਂ ਅਲਾਈਅੰਸ ਦੀ ਗੱਲ ਕਰਦੇ ਪਏ ਬਾਰ-ਬਾਰ ਕਿ ਪਿਛਲੀਆਂ ਚੋਣਾਂ ਤੱਕ ਜੋ ਵੀ ਸਿਚੁਏਸ਼ਨ ਸੀਗੀ ਉਹ ਅਲਾਈਅੰਸ ਕਰਕੇ ਖਰਾਬ ਸੀਗੀ, ਇਸ ਲਈ ਸੀਟਾਂ ਨਹੀਂ ਸੀ ਆਉਂਦੀਆਂ। ਇਸ ਵਾਰ ਜਿਹੜਾ ਸਾਡੀ ਵੀ ਗਲਤੀ ਹੈ। ਦੇਖੋ ਅਗਰ ਇਫ ਯੂ ਆਰ ਨਾਟ ਇਨ ਅ ਗੁੱਡ ਮੈਰਿਜ ਤੇ ਤੁਹਾਨੂੰ ਲੱਗੇ ਕਿ ਇਹ ਨਹੀਂ ਚੱਲਣ ਵਾਲੀ ਤੇ ਟਾਈਮ ਸਿਰ ਫਿਰ ਥੋੜਾ ਜਿਹਾ ਉਹ ਕਰਨਾ ਪੈਣਾ। ਅਸੀਂ ਨਹੀਂ ਲੇਟ ਤਾਂ ਨਹੀਂ ਹੋ ਗਈ, ਮੇ ਬੀ ਸਾਡੀ ਸਮਝ ਵਿੱਚ ਥੋੜੀ ਕਮੀ ਰਹਿ ਗਈ ਹੈ। ਪਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਹਰ ਸਟੇਟ ਤੇ ਪ੍ਰੋਬਲਮ ਕ੍ਰੀਏਟ ਕੀਤੀ ਹੈ। ਫਿਰ ਸਾਡੇ ਵੱਲ ਗਿਆ। ਕਿਸਾਨ ਅੰਦੋਲਨ ਕੀ ਹੋਇਆ ਜੀ, MSP ਹਟਾ ਰਹੇ ਹੋ ਤੁਸੀਂ। ਦੇਖੋ ਜਦੋਂ ਕੈਬਨਿਟ ਵਿੱਚ ਚਰਚਾ ਹੋਈ ਹੈ, ਤੁਸੀਂ ਖੁਦ ਬੈਠੇ ਸੀ ਉੱਥੇ। ਤੁਸੀਂ ਅੱਜ ਜਿਸ ਦਿਨ ਕੈਬਨਿਟ ਵਿੱਚ ਡਿਸੀਜਨ ਹੋਇਆ ਤੇ ਜਿਸ ਦਿਨ ਉਸ ਦੇ ਬਾਅਦ ਕੀ ਹੋਇਆ, ਇਹਨਾਂ ਦੀਆਂ ਸਾਰੀਆਂ ਸਟੇਟਮੈਂट्स कंपाइल करो। जहाँ तक मुझे याद है, मुझे लगता है इन्होंने इनकी प्रशंसा भी की है कानूनों की। ਅਲਾਈਅੰਸ ਜਿਹੜਾ ਪਿਛਲਾ ਚ ਉਹਦੇ ਨਾਲ ਨੁਕਸਾਨ ਹੋਇਆ, ਜਿਹੜਾ ਇਸ ਵਾਰ ਅਲਾਈਅੰਸ ਨੂੰ ਲੈ ਕੇ ਪੂਰੇ ਕੌਨਫੀਡੈਂਟ ਹੋ ਕਿ ਸਹੀ ਸਾਬਿਤ ਹੋਏਗਾ, ਕੋਈ ਨੁਕਸਾਨ ਤਾਂ ਨਹੀਂ ਕਰੇਗਾ? ਦੇਖੋ ਜਦੋਂ ਤੁਸੀਂ ਨਵੀਂ ਮੈਰਿਜ ਜਾਂਦੇ ਹੋ ਯੂ ਗੋ ਵਿਦ ਆਪਟਿਮਿਜ਼ਮ ਐਂਡ ਹੋਪ, ਪਰ ਸਾਡੀ ਬੇਸਿਸ ਕੀ ਹੈ? ਰਾਸ਼ਟਰਵਾਦ, ਨੈਸ਼ਨਲ ਸਿਕਿਉਰਿਟੀ ਦੇ ਇਸ਼ੂ ਦੇ। ਕੈਪਟਨ ਇਜ਼ ਸੈਕੰਡ ਟੂ ਨਨ। ਜਦੋਂ ਅਸੀਂ ਕਰਤਾਰਪੁਰ ਲਹਿੰਗੇ ਵਾਸਤੇ ਵੀ ਗਏ ਸੀਗੇ, ਮੈਨੂੰ ਯਾਦ ਹੈ ਉਸ ਵਕਤ ਸਿੱਧੂ ਸਾਹਿਬ ਜਿਹੜੇ ਨੇ ਸਾਡੇ ਜੋ CM ਦੇ ਕੈਂਡੀਡੇਟ ਸੀਗੇ, ਕਹਿੰਦੇ ਉਹਨਾਂ ਨੇ ਐਕਸੈਪਟ ਕਰ ਲਿਆ, ਪਤਾ ਨਹੀਂ ਉਹ ਦੇਖਾਂਗੇ। ਉਹਨਾਂ ਨੇ ਜਾ ਕੇ ਪਾਕਿਸਤਾਨ ਇੱਕ ਚੀਜ਼ ਤਾਂ ਮੰਗਦੇ ਹੋ ਕਿ ਡਰੱਗਸ ਡਰੋਨ ਤੇ ਉੱਥੋਂ ਆਉਂਦੀਆਂ ਨੇ, ਟੈਰਰਿਜ਼ਮ ਆਉਂਦਾ ਉੱਥੋਂ। ਉਹਨਾਂ ਦੇ ਜਿਹੜੇ ਫੌਜ ਦੇ ਚੀਫ ਨੇ ਜਨਰਲ ਬਾਜਵਾ, ਉਹਨਾਂ ਨਾਲ ਜਫੀ ਪੱਪੀ ਪੋਲਿਟਿਕਸ ਕਰ ਰਹੇ ਸੀਗੇ।
जब कैप्टन साहब ने पूछा गया, कैप्टन साहब ने फट मना कर रहा, कह रहे मैं नहीं उससे मिलूंगा, मैं खुद फौजी हूं। देखिए कैप्टन साहब उम्र च मेरे तो ਵੱਡੇ ने, साढ़े बड़े सीनियर लीडर ने, कांग्रेस च रहे ने, डजंट मैटर, बट ऑन राष्ट्रवाद के इशू पे कैप्टन इज सेकंड टू नम, ਢੀਂਡਸਾ ਸਾਹਿਬ इक्वली। सो असी पूरा ही सानू कॉन्फिडेंस है अपने अलायंस पार्टनर्स से, पर उससे ज़्यादा इस अलायंस पार्टनरशिप ਵਿੱਚ ਜ਼ਿੰਮੇਵਾਰੀ ਸਾਡੀ ਹੈਗੀ। ਪਿਛਲੀ ਵਾਰੀ ਅਸੀਂ ਜੂਨੀਅਰ ਪਾਰਟਨਰ ਸੀਗੇ, ਉਹਦਾ ਮਤਲਬ ਹੈ ਕਿ ਉੱਥੇ ਅਕਾਲੀ ਦਲ ਦੀ ਤਰਫੋਂ ਕੁਝ ਉਹ ਗੜਬੜ ਹੋ ਜਾਏ, ਸੁਖਬੀਰ ਬਾਦਲ ਜੀ ਨੇ ਇੱਕ ਬੜੇ ਸੀਨੀਅਰ ਲੀਡਰ, ਬੀਬਾ ਜੀ ਹਰਸਿਮਰਤ ਜੀ ਸੀਨੀਅਰ ਲੀਡਰ, ਤੇ ਕੀ ਨਾਮ ਉਹਦਾ ਬਿਕਰਮਜੀਤ ਸਿੰਘ ਮਜੀਠੀਆ, ਉਹਨਾਂ ਦੇ ਆਪਸ ਵਿੱਚ ਫਾਲਟ ਲਾਈਨਸ ਹੈਗੀਆਂ। ਤੁਸੀਂ ਪੁਰੀ ਸਾਹਿਬ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਜਨਰਲ ਬਾਜਵਾ ਦੇ ਨਾਲ ਜੱਫੀਆਂ ਵਾਲੀ ਪੋਲਿਟਿਕਸ ਚੱਲ ਰਹੀ ਸੀਗੀ। ਕੈਪਟਨ ਅਮਰਿੰਦਰ ਸਿੰਘ ਦੀ ਜਿਸ ਤਰ੍ਹਾਂ ਦੇ ਨਾਲ ਕ੍ਰੈਡੀਬਿਲਿਟੀ ਡੇਗੀ ਹੈ ਕਾਂਗਰਸ ਨੇ, ਜੇ ਕਾਂਗਰਸ ਸਾਰੀ ਨੂੰ ਲੱਗਦਾ ਕਿ ਸਾਡੇ ਲਈ ਫਾਇਦੇਮੰਦ ਨਹੀਂ, ਤੇ ਬੀਜੇਪੀ ਦੇ ਲਈ ਫਾਇਦੇਮੰਦ ਕਿਸ ਤਰ੍ਹਾਂ ਦੇ ਨਾਲ ਸਾਬਿਤ ਹੋਣਗੇ, ਕਿਉਂਕਿ ਪਰਸੈਪਸ਼ਨ ਡਿੱਗੀ ਹੈ ਕੈਪਟਨ ਦੀ। ਦੂਸਰੀ ਚੀਜ਼, ਜਦੋਂ ਤੁਹਾਨੂੰ ਜਨਰਲ ਬਾਜਵਾ ਦੇ ਨਾਲ ਪਾਈ ਜੱਫੀ ਤੇ ਬੀਜੇਪੀ ਨੂੰ ਇਤਰਾਜ਼ ਹੈਗਾ, ਤੇ ਸਾਰੀ ਕਾਂਗਰਸ ਜਦੋਂ ਗੱਲ ਕਰਦੀ ਹੈ ਕਿ ਅਰੂਸਾ ਆਲਮ ਘਰ 'ਚ ਬਿਠਾਈ ਹੋਈ ਕੈਪਟਨ ਅਮਰਿੰਦਰ ਸਿੰਘ ਨੇ ਡਿਫੈਂਸ ਐਨਾਲਿਸਿਸ, ਫਿਰ ਉਸ 'ਤੇ ਬੀਜੇਪੀ ਚੁੱਪ ਕਿਉਂ ਰਹਿੰਦੀ ਹੈ? ਸਿਰਫ ਬਾਜਵਾ ਨਾਲ ਜਫੀ ਪੱਪੀ ਪੋਲਿਟਿਕਸ ਨਹੀਂ ਸੀਗੀ, ਉਸ ਤੋਂ ਜ਼ਿਆਦਾ ਸੀਗਾ। ਅਸੀਂ ਉਸ ਬੱਸ ਵਿੱਚ ਸੀਗੇ, ਜਦੋਂ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਰਹੇ ਸੀਗੇ, ਉਸ ਬੱਸ ਵਿੱਚ ਕੀ ਹੋਇਆ, ਇਮਰਾਨ ਖਾਨ ਜੀ ਆਏ, ਕੈਪਟਨ ਸਾਹਿਬ, ਮੈਂ, ਬਾਕੀ ਲੋਕ ਬੈਠੇ ਸੀ। ਬੱਸ ਵਿੱਚ ਅੰਦਰ ਆਉਂਦਿਆਂ ਹੀ ਉਹਨਾਂ ਨੇ ਪੁੱਛਿਆ ਉਹ ਸਾਡਾ ਸਿੱਧੂ ਕਿੱਥੇ ਹੈ, ਠੀਕ ਹੈ ਨਾ। ਮੈਂ ਤਾਂ ਸੋਚਿਆ ਸ਼ਾਇਦ ਮੈਨੂੰ ਸੁਣਨ 'ਚ ਮੁਸ਼ਕਿਲ, ਕਿਸੇ ਨੇ ਉਹਨੂੰ ਇਹ ਸਮਾਰਟਫੋਨ 'ਤੇ ਵੀ ਕੈਪਚਰ ਕਰ ਲਿਆ। ਦੇਖੋ ਕਿਸ ਵਿਅਕਤੀ ਦੀ ਕਿਹੜੀ ਪਰਸਨਲ ਲਾਈਫ ਹੈਗੀ, 80 ਸਾਲ ਦੇ ਉਮਰ 'ਤੇ ਜਾਂ ਈਵਨ ਕਿਸੇ ਹੋਰ ਉਮਰ 'ਤੇ, ਉਹ ਪੋਲੀਟੀਕਲ ਰਿਐਲਿਟੀ ਨਹੀਂ ਹੈ। ਮਤਲਬ ਪੋਲੀਟੀਕਲ ਦਾ ਕੀ ਇੰਪੈਕਟ ਮੈਨੂੰ ਨਹੀਂ ਪਤਾ, ਮੈਂ ਕਿਸੇ ਨੂੰ, ਔਰ ਮੈਂ ਕਿਸੇ ਦੇ ਉਸ ਚੀਜ਼ 'ਤੇ ਕਮੈਂਟ ਨਹੀਂ ਕਰਦਾ, ਬਟ ਮੈਂ ਤੁਹਾਨੂੰ ਦੱਸਦਾ ਇਸ਼ੂਜ਼ ਆਫ ਨੈਸ਼ਨਲ ਸਿਕਿਉਰਿਟੀ, ਕੈਪਟਨ ਸਾਹਿਬ आई एम एन एडमायरर ऑफ हिस, ठीक है। बाकी रही गल हुण किस चीज़ नाल ज़्यादा प्रॉब्लम होंदी है सानू, एक चीज़ बिल्कुल क्लीयर है, कुछ लोगों ने कहा सी पिछे कि शायद चुनाव के बाद, तुसीं चोण कहंदे हो, ਉਹਦੇ बाद अगर जरूरत पई तो फिर असीं दोबारा अलायंस ਨੂੰ देगा। मैं शिकावत जी ने फ़ोन किया तो मैं कहा जी मैनू गल दसो कित्थों ये स्टेटमेंट गई, आप जो मैंने कहा उस पर आप जानकारी दीजिए, ये असंभव है, आउट ऑफ द क्वेश्चन। तो साढ़े व्यूज़ ऑन दैट अलायंस आर वेरी क्लीयर। ਜਿਹੜੀ ਪਹਿਲਾਂ ਆਪਾਂ ਕਹਿੰਦੇ ਕਿ ਜ਼ਮੀਨ ਨਹੀਂ ਸੀਗੀ ਬੀਜੇਪੀ ਦੀ, ਸ਼ਹਿਰਾਂ ਦੇ ਵਿੱਚ ਸੀਗੇ ਵੋਟਰ, ਲੇਕਿਨ ਪਿੰਡਾਂ ਦੇ ਵਿੱਚ ਨਹੀਂ ਸੀ। ਪਿੰਡਾਂ ਦੇ ਵਿੱਚ ਵਿਰੋਧ ਜ਼ਬਰਦਸਤ ਦੇਖਣ ਨੂੰ ਮਿਲਿਆ ਖੇਤੀ ਕਾਨੂੰਨਾਂ ਦੇ ਕਰਕੇ। ਕੀ ਉਹ ਸਾਰੀਆਂ ਚੀਜ਼ਾਂ ਰਿਕਵਰ ਹੋ ਪਾਣਗੀਆਂ? ਇੰਨੇ ਸਟਰੋਂਗ ਤੁਸੀਂ ਮੰਨਦੇ ਹੋ ਖੁਦ ਨੂੰ ਕਿ ਸਾਰਿਆਂ ਨੂੰ ਲੁਭਾ ਪਾਓਗੇ ਹੁਣ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਵਿਰੋਧ ਸੀਗਾ ਉਹ ਮੈਨੂਫੈਕਚਰਡ ਵਿਰੋਧ ਸੀਗਾ। ਜਿਹੜੇ ਲੋਕ ਸਾਡੇ ਨਾਲ ਫਿਰ ਆ ਕੇ ਮਿਲਣਾ ਚਾਹੁੰਦੇ ਨੇ, ਕਦੀ ਕਦੀ ਹਸੀ ਮਜ਼ਾਕ ਵਿੱਚ ਅਸੀਂ ਪੁੱਛ ਲੈਂਦੇ ਬਈ ਕੀ ਹੋਇਆ ਸੀ, ਤੁਸੀਂ ਤਾਂ ਛੱਡ ਕੇ ਗਏ ਸੀਗੇ। ਉਹਨੇ ਜੀ ਸੀਨੀਅਰ ਬਾਦਲ ਸਾਹਿਬ ਦੇ ਘਰ ਦੇ ਬਾਹਰ ਕਿਸੇ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੁਝ ਜੋ ਵੀ ਆਰ ਨਾਟ ਗੈਟਿੰਗ। ਅਰੇ ਪੋਲੀਟਿਕਸ ਵਿੱਚ ਮੈਡਮ ਇਹ ਸਾਡਾ ਚੋਇਸ ਹੈਗਾ, ਤੁਸੀਂ ਅੱਜ ਇੱਕ ਰਾਜਨੀਤਿਕ ਦਲ 'ਚ ਹੋ, ਕੱਲ੍ਹ ਦੂਜੇ 'ਚ ਹੋਗੇ, ਉਹ ਤੁਹਾਡਾ ਚੋਇਸ ਹੈ। ਮੈਂ ਸਿਰਫ ਇਹ ਕਹਿ ਰਿਹਾ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਰਹੀ है, उन जब केजरीवाल कहता है ने आप बीजेपी को मत वोट दीजिए क्योंकि इन्होंने अकालियों के साथ मिलकर दिस इज स्लाइट ऑफ हैंड। जो असी गठबंधन सीगे साडा कोई रोल नहीं सीगा, ठीक है। अगर साडा रोल सीगा दैन वी विल बेयर रिस्पॉन्सिबिलिटी फॉर दैट, बट नाउ वी आर स्टार्टिंग ऑन अ न्यू स्लेट। असी हुण ये कह रहे हैं, देखो अगर 10 साल पंजाब की पॉलिटिक्स स्लाइड रही है, मैं तुहानूं आंकड़े दे सकना, 2,81,000 करोड़ का इस वक्त कर्जा हैगा। भारतीय जनता पार्टी के अलावा कोई भी पोलिटिकल पार्टी इन्हों सॉल्व नहीं कर सकती। क्यों नहीं कर सकती? क्योंकि इस सिचुएशन को संभालने वास्ते सेंट्रल गवर्नमेंट स्टेट गवर्नमेंट कोऑपरेटिव प्रोसेस चाहिए है। तुसी कैप्टन साहब ने एक इंटरव्यू दी पिछले 1-2 दिन पहले, उन्होंने यही किया कि उन्होंने भारतीय जनता पार्टी नाल एक गठबंधन क्यों किया है, क्योंकि पंजाब नूं इस वक्त वड्डी नैशनल पार्टी दे नाल जुड़ने की जरूरत है। हाँ हुण बाकी नैशनल पार्टी किहड़ी है, कांग्रेस
ਜੇ 2014 ਤੇ 2019 ਦੇ ਚੁਣਾਵ ਦੋਨਾਂ 'ਚ ਮਿਲਾ ਕੇ 100 ਸੀਟਾਂ ਨਹੀਂ ਬਣਦੀਆਂ। ਤੁਸੀਂ ਕੈਪਟਨ ਸਾਹਿਬ ਦਾ ਜ਼ਿਕਰ ਕੀਤਾ ਕਿ ਸੈਂਟਰ ਗਵਰਨਮੈਂਟ ਪੈਸਾ ਦਿੰਦੀ ਹੈ, ਪੰਜਾਬ 'ਚ ਲੱਗਦਾ ਨਹੀਂ। ਕੈਪਟਨ ਸਾਹਿਬ ਤੇ ਖੁਦ ਕਹਿੰਦੇ ਨੇ ਕਿ ਮੇਰੇ ਫਾਈਨੈਂਸ ਮਿਨਿਸਟਰ ਨੇ ਮੈਨੂੰ ਪੈਸਾ ਨਹੀਂ ਦਿੱਤਾ, 33,000 ਕਰੋੜ ਰੁਪਈਆ ਸੀਐਮ ਚੰਨੀ ਨੂੰ ਬਣਦਾ ਹੀ ਉਹਨਾਂ ਨੂੰ ਰਿਲੀਜ਼ ਕਰ ਦਿੱਤਾ। ਫਿਰ ਕੈਪਟਨ ਸਾਹਿਬ ਕਿੰਨੇ ਕੁ ਅਵੇਅਰ ਸੀਗੇ ਆਪਣੇ ਸਟੇਟ ਦੇ ਖਜ਼ਾਨੇ ਨੂੰ ਲੈ ਕੇ ਕਿ ਉਹਨਾਂ ਨੂੰ ਪਤਾ ਹੀ ਨਹੀਂ, ਸਿਰਫ ਖਜ਼ਾਨਾ ਮੰਤਰੀ ਹੀ ਅਥਾਰਟੀ ਨਹੀਂ ਹੈਗਾ, ਬਿਊਰੋਕ੍ਰੇਸੀ ਦੀ ਇੱਕ ਲਾਈਨ ਵੀ ਹੈਗੀ ਹੈ, ਚੀਜ਼ਾਂ ਕ੍ਰਾਸ ਚੈੱਕ ਹੁੰਦੀਆਂ ਨੇ, ਸੀਐਮ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ। ਤੁਹਾਨੂੰ ਲੱਗਦਾ ਨਹੀਂ ਕਿ ਫਿਰ ਕੈਪਟਨ ਸਾਹਿਬ ਤੇ ਖੁਦ ਗਲਤੀ ਕਰ ਗਏ ਇਸ ਜਗ੍ਹਾ ਤੇ? ਦੇਖੋ ਇੰਜ ਹੈਗਾ, ਇੱਕ ਮੈਂ ਅੱਜ ਕੱਲ੍ਹ ਇਹ WhatsApp ਤੇ ਬੜੇ ਮਜ਼ੇਦਾਰ ਉਹ ਮੈਸੇजेस ਆਉਂਦੇ ਨੇ। ਸਾਰਿਆਂ ਨੂੰ ਪਤਾ ਹੈ ਕਿ ਸਿੱਧੂ ਸਾਹਿਬ ਦਿੱਲੀ ਜਾਂਦੇ ਸੀਗੇ, ਤੁਹਾਨੂੰ ਯਾਦ ਹੈ, ਉਹ ਪ੍ਰਿਯੰਕਾ ਜੀ ਨੂੰ ਮਿਲਦੇ ਸੀਗੇ, ਰਾਹੁਲ ਜੀ ਨੂੰ ਮਿਲਦੇ ਸੀਗੇ, ਤੇ ਉਹਨਾਂ ਨੇ ਇੱਥੇ ਬਗਾਵਤ ਕਰਵਾਉਣੀ ਸ਼ੁਰੂ ਕਰਤੀ ਕੈਪਟਨ ਦੇ ਖਿਲਾਫ, ਠੀਕ ਹੈ, ਤੇ ਦਾਅਵੇਦਾਰ ਬਣ ਗਏ ਸੀਐਮ ਦੀ ਪੋਸਟ ਵਾਸਤੇ। ਤੇ ਇਸ ਵੀਡੀਓ ਜਿਹੜਾ ਆਇਆ ਛੋਟਾ, ਉਹ ਨਾ ਜੀ ਵਾਹ ਜੀ ਵਾਹ, ਰਾਹੁਲ ਜੀ ਦਾ ਸੀਗਾ ਤੇ ਸਿੱਧੂ ਕਹਿੰਦਾ ਵਾਹ ਜੀ ਵਾਹ ਸਿੱਧੂ ਸਾਹਿਬ, ਇਹ ਤਾਂ ਪੱਪੂ ਹੀ ਤੁਹਾਡਾ ਬੇਵਕੂਫ ਬਣਾ ਗਿਆ। ਇਹਦਾ ਬੈਕਗ੍ਰਾਉਂਡ ਪਤਾ ਤੁਹਾਨੂੰ? ਇਸ ਮੈਸੇਜ ਦਾ ਬੈਕਗ੍ਰਾਉਂਡ ਇਹ ਬਿਕਰਮ ਸਿੰਘ ਮਜੀਠੀਆ ਦੀ ਸਟੇਟਮੈਂਟ ਸੀਗੀ, ਜਿਨ੍ਹਾਂ ਦਾ ਨਾਮ ਤੁਸੀਂ ਥੋੜੀ ਦੇਰ ਪਹਿਲਾਂ ਲਿਆ। ਮੈਂ ਉਸ ਤੇ ਆ ਰਿਹਾ, ਮੈਂ ਉੱਥੇ ਆ ਰਿਹਾ, ਪਹੁੰਚ ਰਿਹਾ। ਜਦੋਂ ਰਾਹੁਲ ਜੀ ਆਏ ਸੀ ਇੱਥੇ ਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਸੀਗੀ, ਮੈਨੂੰ ਜਦ ਤੱਕ ਯਾਦ ਆ ਜਾਖੜ ਜੀ ਵੀ ਬੈਠੇ ਸੀਗੇ, ਸਿੱਧੂ ਜੀ ਵੀ ਬੈਠੇ ਸੀਗੇ, ਕੀ ਨਾਮ ਉਹਦਾ, ਚੰਨੀ ਜੀ ਵੀ ਬੈਠੇ ਸੀਗੇ, ਤੇ बड़ी स्टेटमेंट की थी, बड़ी मज़ेदार स्टेटमेंट सी। इनके उसको काटिए, उसमें से खून निकलेगा और खून में पंजाब लिखा होगा। ये सिद्धू साहब द्वारा कह, हाँ, पर हमने चन्नी जी को इसलिए बनाया कि वो गरीब व्यक्ति है। मैं बड़ा इंप्रैस होया, मैं अपने साथी को पूछा, मैं वो इलेक्शन वो जी चुनाव की डिक्लेरेशन होंगी वो कढ़ी यार कि ना ये एसेट्स किन्ने डिक्लेयर्ड ने, मैं सिर्फ डिक्लेयर्ड एसेट्स की गल कर रहा। हाँ, मैं बड़ा इंप्रैस होया, मैं जे मन गए गरीब होए तो इहो जिहा होए जिहदे डिक्लेयर्ड एसेट 10 करोड़ के होन, जिहदे कोल गड्डियां होन मिला के 1 करोड़ दियां, समझे। तो ये देखिए, अगर आप ਪੁਰੀ ਸਾਹਿਬ ਮੈਂ ਤੁਹਾਨੂੰ ਟੋਕ ਰਿਹਾ, ਮੈਨੂੰ ਲੱਗਦਾ ਕਿ ਟੋਕਰੇ ਮਜ਼ੇਦਾਰ, ਮੈਨੂੰ ਤਾਂ ਮਜ਼ਾ ਆ ਰਿਹਾ। ਬੀਜੇਪੀ ਇੱਥੇ ਵੀ ਗਲਤੀ ਕਰ ਗਈ। ਜੇ ਰਾਹੁਲ ਗਾਂਧੀ ਇਹ ਗੱਲ ਕਹਿ ਗਏ ਕਿ ਅਸੀਂ ਇੱਕ ਸੀਐਮ ਇੱਕ ਗਰੀਬ ਘਰ ਤੋਂ ਬਣਾਉਣਾ ਚਾਹੁੰਦੇ ਹਾਂ, ਜੇ ਬੀਜੇਪੀ ਬੈਸਟ ਕਾਊਂਟਰ ਇਹ ਕਰ ਸਕਦੀ ਸੀਗੀ ਕਿ ਫਿਰ ਰਾਹੁਲ ਗਾਂਧੀ ਇਹ ਵੀ ਅਨਾਉਂਸ ਕਰਨ ਕਿ ਅਸੀਂ ਪੀਐਮ ਕੈਂਡੀਡੇਟ ਵੀ ਗਰੀਬ ਘਰ ਤੋਂ ਦੇਵਾਂਗੇ। ਇਹ ਕਿਉਂ ਨਹੀਂ ਬੀਜੇਪੀ ਨੇ ਇਸ ਤਰ੍ਹਾਂ ਦੇ ਨਾਲ ਕਿਉਂ ਨਹੀਂ ਕਾਊਂਟਰ ਕੀਤਾ? ਮਤਲਬ ਨੈਸ਼ਨਲ ਲੈਵਲ ਤੇ ਤੁਸੀਂ ਕਾਊਂਟਰ ਕਰ ਸਕਦੇ ਸੀ। ਬੀਜੇਪੀ ਦਾ ਨਹੀਂ ਤੁਸੀਂ ਦੇਖੋ, ਕਦੀ ਕਦੀ ਕੋਈ ਬੇਵਕੂਫੀ ਦੀ ਸਟੇਟਮੈਂਟ ਕਰ ਜਾਂਦਾ ਨਾ, ਯੂ ਡੋਂਟ ਡਿਗਨੀਫਾਈ ਇਟ ਵਿਦ ਅ ਕਮੈਂਟ। ਮੋਦੀ ਜੀ ਕਿੱਥੋਂ ਆਏ ਨੇ, ਉਹਨਾਂ ਦਾ ਆਪਣਾ ਹੀ ਮੰਤਰੀ ਸੀਗਾ ਕਿ ਨਾ ਮਨੀਸ਼ੰਕਰ ਅਈਅਰ, ਉਹਨਾਂ ਨੇ ਕਹਾ ਇਹ ਚਾय ਵਾਲੇ को नहीं देनी, ਉਹ ਚਾय ਵਾਲਾ ਕਰਕੇ ਕਿੱਥੇ ਦਾ ਕਿੱਥੇ ਪਹੁੰਚ ਗਿਆ। ਹੁਣ ਪੱਪੂ ਨੂੰ ਚਾय ਵਾਲੇ ਨਾਲ ਕੰਪੇਅਰ ਕਰਨ ਵਾਸਤੇ ਤੁਸੀਂ ਯਾਰ ਮੇਰੇ ਕੋਲ ਗੁਸਤਾਖੀ ਕਰਵਾਓਗੇ, ਇੰਜ ਨਾ ਕਰਨਾ। ਪਰ ਬੀਜੇਪੀ ਸਹੀ ਢੰਗ ਦੇ ਨਾਲ ਕਾਊਂਟਰ ਕਰ ਸਕਦੀ ਸੀਗੀ। ਉਹਨੇ ਸਾਨੂੰ ਜ਼ਰੂਰਤ ਹੀ ਨਹੀਂ ਹੈ। ਕਈ ਗੱਲਾਂ ਹੁੰਦੀਆਂ ਨੇ ਕਹੇ ਬਗੈਰ, वो कहते QED का मतलब मैं क्वाडम में डेमोन्स्ट्रेटम, कैसे वही होता ना, स्टैंड्स प्रूव्ड। और महाराज ये जी गरीबी की पॉलिटिक्स मैं तुहानूं दसना, 70 साल 75 साल की साडी जी लाइफ एज एन इंडिपेंडेंट कंट्री कांग्रेस का रहा। की नारा सीगा? गरीबी हटाओ। अच्छा, इस परिवार विच, मैं परिवार वास्ते आना चाहना 2 मिनट वास्ते। इस परिवार विच इन्होंने 2 कंस्टिट्यूएंसीज है यूपी, और मैं इसलिए कह रहा क्योंकि मैं खुद यूपी तो इलैक्टेड हाँ। एक है रायबरेली, दूसरा है अमेठी। मैं तुहानूं दोनों नूं रिक्वेस्ट करना, एक बारी उत्थे चक्कर ला लो। हुण तो स्मृति जी ने टेक ओवर किया, एक वो ठीक हो गई है थोड़ी। सब तो कम डिवेलपमेंट, सब तो घट डिवेलपमेंट उन्होंने उत्थे रखी है। ये इन्हां दा मॉडल है, लोगों नूं डिवेलपमेंट तो दूर रखो, अपना वो बढ़ाओ। तरी गरीबी हटांदियां हटांदियां इन्हों 70 साल हो गए तो गरीबी नहीं हटी। फिर मोदी जी आए 2014, हुण मैं तुहानूं आंकड़े देंगा। शुक्र है कि जदों महामारी आई तो दिल्ली च इहो जी सरकार सीगी जो 80 करोड़ तो ज़्यादा लोगों को दिन का 3 टाइम का खाना राशन दिता। 170 करोड़ वैक्सीन डोज डिस्ट्रीब्यूट हुई फ्री ऑफ कॉस्ट। देखो
ਭਾਰਤੀ ਜਨਤਾ ਪਾਰਟੀ ਦਾ ਮਾਡਲ ਹੈ। ਤੁਸੀਂ ਸਾਡਾ 2014 ਦਾ ਤੇ 2019 ਦਾ ਘੋਸ਼ਣਾ ਪੱਤਰ ਜਾਂ ਸੰਕਲਪ ਪੱਤਰ ਜੋ ਵੀ ਕੱਢ ਕੇ ਦੇਖ ਲਓ, ਜੋ ਵੀ ਅਸੀਂ ਕਿਹਾ ਸਾਰੀਆਂ ਕਮਿਟਮੈਂਟਸ ਅਸੀਂ ਇੰਪਲੀਮੈਂਟ ਕਰਕੇ ਦਿਖਾਈਆਂ ਨੇ। ਹੁਣ ਜੋ ਅਸੀਂ ਕਹਿ ਰਹੇ ਹਾਂ ਪੰਜਾਬ ਵਾਸਤੇ, ਅਗਰ ਪੰਜਾਬ ਦੇ ਐਵਰੇਜ ਵੋਟਰ ਨੂੰ ਇਹ ਚੀਜ਼ ਇਸ ਦੀ ਰਿਅਲਾਈਜੇਸ਼ਨ ਹੋ ਜਾਂਦੀ ਹੈ ਕਿ ਪੰਜਾਬ ਨੂੰ ਇਸ ਸਿਚੁਏਸ਼ਨ ਚੋਂ ਨਿਕਲਣੇ ਵਾਸਤੇ जो डेवलपमेंट चाहिए है वो सिर्फ बीजेपी लिया सकती है, वो तो बिल्कुल क्लियर है। ये नहीं कह रहा मैं, बाकी लोग भी प्रॉमिस करेंगे कि जो जिन किसानों पे जिन्होंने कर्जा हैगा वो असी माफ़ कर देंगे, पर वो कर नहीं पाएंगे। वो कर इसलिए नहीं पाएंगे क्योंकि इन्होंने बेवकूफ़ी दिया नीतियां के कारण 3 लाख करोड़ का कर्जा ऑलरेडी लै लिया। सेंट्रल गवर्नमेंट इसलिए करेगी बीजेपी दी क्योंकि साडा कैपिटल एक्सपेंडिचर 35% बढ़ के 5.5 लाख करोड़ तो 7.5 लाख करोड़ जा रहा है। असी क्या 1 लाख करोड़ असी पंजाब ते लगा देंगे। मोदी जी ने जो इंडिया भारत बाकी स्टेट्स वास्ते किया है, जो सेंट्रल गवर्नमेंट या स्कीम्स है वो एक है गया। पंजाब की जो सिचुएशन है तो उसको किस तरह सुधारिया जा सकता है, क्योंकि असी अगर उन्होंने नहीं सुधारांगे तो ये जी माफियाज हैगियां लैंड सैंड लिकर बाकी किस्म दी माफिया तो बाकी जो बॉर्डर स्टेट हो रहा। पुरी साहब एक होर चीज़ तुसी क्या कि हर सैक्शन तक पहुँचना हुंदा, तुसी सिख हो, ਜਦੋਂ ਪਾਕ ਅਫਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਏ ਸੀਗੇ ਤੁਸੀਂ ਉਹਨਾਂ ਨੂੰ ਰਿਸੀਵ ਕਰਨਗੇ, ਬੜਾ ਐਪਰੀਸ਼ੀਏਟ ਕੀਤਾ ਉਸ ਨੂੰ ਸਾਰੇ ਸੈਕਸ਼ਨ ਨੇ। GST ਹਟਾ ਦਿੱਤੀ ਲੰਗਰ ਤੋਂ, ਕੁਝ ਕਾਲੀ ਸੂਚੀ ਦੇ ਵੀ ਤੁਸੀਂ ਹਟਾ ਦਿੱਤਾ, ਕਾਲੀ ਸੂਚੀ ਦਾ ਬੜਾ ਪੁਰਾਣਾ ਮੁੱਦਾ ਸੀਗਾ। ਸਿੱਖਾਂ ਦੇ ਨਜ਼ਦੀਕ ਹੋਣ ਦੀ BJP ਨੇ ਕਾਫੀ ਕੋਸ਼ਿਸ਼ ਕੀਤੀ, ਪਰ BJP ਨੂੰ ਸਿੱਖਾਂ ਨੇ ਉਸ ਤਰ੍ਹਾਂ ਐਕਸੈਪਟ ਕਿਉਂ ਨਹੀਂ ਕੀਤਾ? BJP ਸਿੱਖਾਂ ਦੀ ਪਹਿਲੀ ਚੋਇਸ ਕਿਉਂ ਨਹੀਂ ਬਣ ਪਾਈ ਵੱਡੇ ਫੈਸਲੇ ਲੈਣ ਦੇ ਬਾਵਜੂਦ ਵੀ? ਇੱਕ ਚੀਜ਼ ਇਹਦੇ ਨਾਲ ਇੱਕ ਸਪਲੀਮੈਂਟਰੀ ਸਵਾਲ ਹੈ, ਆਨਸਰ ਉਹਦਾ ਵੀ ਦਿਓ ਤੁਸੀਂ। ਹੁਣ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਚੱਲ ਰਿਹਾ ਹੈਗਾ, ਕੀ BJP ਉਸ 'ਤੇ ਫੈਸਲਾ ਲੈ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ? ਕਿਸ ਚੀਜ਼ ਤੇ? ਬੰਦੀ ਸਿੰਘਾਂ ਦੀ ਰਿਹਾਈ, ਜਿਹੜੇ ਸਿੱਖ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਜਿਸ ਤਰ੍ਹਾਂ ਦੇ ਨਾਲ ਦਵਿੰਦਰਪਾਲ ਭੁੱਲਰ ਵੀ ਹੈ, ਉਹਨਾਂ ਨੂੰ ਰਿਹਾ ਕਰਨ ਦੀ ਜਿਹੜੀ ਗੱਲ ਚੱਲ ਰਹੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ एक सजेस्ट करना कि मोदी जी ने तो केंद्रीय सरकार ने सिखां दे करीब आने की कोशिश की है, वो एक परसैप्शन है। एक्चुअली इट इज़ मच मोर दैन दैट। मोदी जी की कमिटमेंट सिखां नाल शुरू तो रही है। जो तुसी चीज़ां गिनवा एक्सेप्टेंस की गल कर रहे हैं सर ना, जो तुसी चीज़ां गिनवा रहे हो, देखो 2014 दी गिनवाओगे ना, 2014 के बाद दियां ब्लैक लिस्ट जो है उन्होंने ख़त्म करना, करतारपुर साहब लहंगा जो बड़ी पुरानी डिमांड सी, वो तो जो प्रधानमंत्री बने उन्होंने करके दिखा देता है, ठीक है। मैं दूजी चीज़ कहना, दरबार साहब ते जो हमला होया किसने कराया सीगा? कांग्रेस की सरकार सीगी। तो वो क्यों सिखां दे इतने क्लोज सिख कांग्रेस पार्टी दे इतने क्लोज हो गए ना? इन्हां दो चीज़ां रिलेशनशिप नहीं होंदी है। मैं कुछ होर कह रहा, मैं ये कह रहा कि साड़ी जिहड़ी प्रॉब्लम सिख कम्यूनिटी नाल भी रही है, वो इसलिए रही है कि ਅਸੀਂ जूनीयर पार्टनर हाँ। वो ये कहते रहे ने सिखी दे ठेका साढ़े कोल है, ये हिंदू पार्टी है अर्बन एरिया है। बिल्कुल गलत गल है। तो पिछे रह गए सिख सैक्शन ने BJP ਨੂੰ ਉਸ ਤਰ੍ਹਾਂ ਦੇ ਨਾਲ ਐਕਸੈਪਟ ਕੀਤਾ ਹੀ ਨਹੀਂ, ਜਾਂ ਤੁਸੀਂ ਪਹੁੰਚ ਨਹੀਂ ਪਾਏ ਜਾਂ ਐਕਸੈਪਟ ਨਹੀਂ ਹੋਏ? ਪਹੁੰਚ ਨਹੀਂ ਪਾਏ ਤੁਸੀਂ। ਅਗਰ ਇੱਕ ਪਾਰਟਨਰਸ਼ਿਪ ਹੈ, ਅਸੀਂ ਜੂਨੀਅਰ ਪਾਰਟਨਰ ਬਣ ਗਏ। ਉਹਨਾਂ ਨੇ ਹਮੇਸ਼ਾ ਇਹ ਪ੍ਰਚਾਰ ਕੀਤਾ ਕਿ ਸਿੱਖ ਪਾਰਟੀ ਉਹਨੇ ਅੱਛਾ ਉਹ ਰਿਲੀਜਨ ਨੋ ਪੋਲਿਟਿਕਸ ਲਿਆ ਕੇ ਉਹਨਾਂ ਨੇ ਕੀ ਕੀਤਾ, ਗੁਰਦੁਆਰੇ ਦੀ ਪੋਲਿਟਿਕਸ। ਆਈ ਡੋਂਟ ਵਾਂਟ ਟੂ ਗੋ ਇਨਟੂ ਇਟ ਹੀਅਰ, ਠੀਕ ਹੈ। ਦੇਖੋ ਸਿੱਖ ਸੰਗਤ ਜਿਹੜੀ ਹੈਗੀ, पिछले जो मोदी साहब ने जो डिसीजन लिते ने बाल दिवस एटसैट्रा, तुसी देखो बाहरों की ओर देखो, बाहर जिहड़ी साडी NRI कम्यूनिटी है, चाहे वो बर्मिंगम UK च होए, USA वैस्ट कोस्ट ते ईस्ट कोस्ट ते कैनेडा, हुण उन्हां दी तुसी टेंडेंसी देखो, उन्हां दे कॉमेंट्स देखो तो बड़े अलग है, क्योंकि उन्होंने भी ये मैसेज जा रहा है, साडी कमिटमेंट, भारतीय जनता पार्टी की कमिटमेंट, मोदी जी की कमिटमेंट सिखिज्म वास्ते इस वक्त तो पहले दी है। दिस इज समथिंग थोड़ा जिहा कॉन्ट्रीडिक्टरी है पूरी साहब, थोड़ा जिहा कॉन्ट्रीडिक्टरी हैगा। ਤੁਸੀਂ ਇਹਦਾ ਜਵਾਬ ਇਹ ਦਿੰਦੇ ਹੋ ਕਿ ਸਾਨੂੰ ਅਕਾਲੀਆਂ ਨੇ ਸਿੱਖਾਂ ਦੇ ਨੇੜੇ ਲੱਗਣ ਨਹੀਂ ਦਿੱਤਾ, ਸਾਨੂੰ ਰਸਤੇ ਦੇ ਵਿੱਚ ਰਿਹਾ ਕਿ ਅਸੀਂ ਠੇਕੇਦਾਰ ਹੈ, ਤੁਹਾਡਾ ਇਹ ਕਹਿਣਾ ਹੈਗਾ। ਪਰ ਸੇਮ ਟਾਈਮ ਤੇ BJP ਦੇ ਬਾਰੇ ਪਰਸੈਪਸ਼ਨ ਪੰਜਾਬ ਦੇ ਵਿੱਚ ਇਹ ਵੀ ਹੈਗੀ ਹੈ, ਇਹ ਵੀ
ਸਿੱਖ ਸੈਕਸ਼ਨ ਹੀ ਕਹਿੰਦਾ, ਈਵਨ ਜਥੇਦਾਰ ਸਾਹਿਬ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਬੀਜੇਪੀ ਦੀ ਧਾਰਮਿਕ ਮਸਲਿਆਂ 'ਚ ਇੰਟਰਫੇਰੈਂਸ ਬਹੁਤ ਹੈ। ਇੰਸਟੀਟਿਊਸ਼ਨਸ ਜਿਹੜੇ ਸਿੱਖ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਵਿੱਚ ਆਰਐਸਐਸ ਦੀ ਦਖਲਅੰਦਾਜ਼ੀ ਬਹੁਤ ਹੈ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਪਿੱਛੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਭਾਰਤ ਸਰਕਾਰ ਸਿੱਖਾਂ ਦੇ ਖਿਲਾਫ ਕੰਮ ਕਰ ਰਹੀ ਹੈ। ਦੇਖੋ ਜੀ, ਕੌਣ ਕੀ ਸਟੇਟਮੈਂਟ ਦਿੰਦਾ, ਉਸ ਵਿਅਕਤੀ ਨੂੰ ਕਿਸਨੇ ਅਪਾਇੰਟ ਕੀਤਾ, ਇਹਨਾਂ ਚੀਜ਼ਾਂ 'ਚੋਂ ਰਹਿਣ ਦਿਓ। ਮੈਂ ਇੱਕ ਚੀਜ਼ ਗੱਲ ਮੰਨਣ ਨੂੰ ਤਿਆਰ ਹਾਂ ਕਿ ਮੈਂ ਪਰਸੈਪਸ਼ਨ ਦੀ ਗੱਲ ਕੀਤੀ ਕਿ ਪਰਸੈਪਸ਼ਨ ਹੈ ਕਿ ਇੰਟਰਫੇਅਰ ਕਰਦੇ ਨੇ। ਪਰਸੈਪਸ਼ਨ ਦੇ ਮੈਂ ਤੁਹਾਨੂੰ ਕਈ ਕਿਸਮ ਦੇ ਪਰਸੈਪਸ਼ਨ ਦੇ ਦਾਂ ਹੁਣੇ 2 ਮਿੰਟ 'ਚ। ਦੇਖੋ, ਇੱਕ ਪਰਸੈਪਸ਼ਨ ਇਹ ਹੈ ਕਿ ਕਨਵਰਜਨ ਇਸ ਲਈ ਹੁੰਦੀ ਹੈ ਕਿਉਂਕਿ ਅਸੀਂ ਪਿਆਰ ਨਹੀਂ ਦਿੰਦੇ ਉਹਨਾਂ ਨੂੰ। ਅਗਰ ਕੋਈ ਇਹਦੀ ਐਨਾਲਿਸਿਸ ਕਰੇ, ਉਹ ਕਹੇ ਬੜੀ ਬੇਵਕੂਫੀ ਦੀ ਪਰਸੈਪਸ਼ਨ ਹੈ। ਉਹ ਜਿਹੜਾ ਫੋਰਸ ਕਨਵਰਜਨ ਕਰ ਰਿਹਾ ਉਹਦੀ ਗੱਲ ਹੀ ਨਹੀਂ ਤੁਸੀਂ ਕਰ ਰਹੇ ਹੋ। ਇਹ ਤਾਂ ਹੈਲੇਲੂਇਆ ਲਾਈਨ ਹੋ ਗਈ ਨਾ। ਮੈਂ ਉਸ ਤੇ ਸਵਾਲ ਕਰ ਦੇਣਾ ਤੁਹਾਨੂੰ, ਪਹਿਲੇ ਮੈਂ ਤੁਸੀਂ ਇਹਦਾ ਜਵਾਬ ਦੇ ਦਿਓ, ਮੈਂ ਤੁਹਾਨੂੰ ਕਨਵਰਜਨ ਤੇ ਸਵਾਲ ਕਰਦਾ। ਪਹਿਲੇ ਮੈਨੂੰ ਕੰਪਲੀਟ ਕਰਨ ਦਿਓ। ਦੇਖੋ, ਮੈਂ ਇਹ ਮੰਨਣ ਨੂੰ ਤਿਆਰ ਹਾਂ ਕਿ ਜਦੋਂ ਇਹ ਪਰਸੈਪਸ਼ਨ ਡਿਲੀਬਰੇਟਲੀ ਸਪਰੈਡ ਕੀਤੀ ਗਈ, ਸ਼ਾਇਦ ਸਾਡੇ 'ਚ ਕੋਈ ਕਮੀ ਰਹਿ ਗਈ ਹੋਵੇ ਕਿ ਅਸੀਂ, ਕਿਉਂਕਿ ਅਸੀਂ ਅਲਾਇੰਸ ਵਿੱਚ ਸੀਗੇ, ਅਸੀਂ ਜ਼ਿਆਦਾ ਜ਼ੋਰ ਨਾਲ ਲਿਖਿਆ ਭਾਈ ਇਹ ਹਮਾਰਾ ਨਹੀਂ ਹੈ। ਅੱਛਾ, ਬੀਜੇਪੀ ਤੇ ਅਗਰੀਵ ਪਾਰਟੀ ਇਹਦੇ 'ਚ ਗੁਰੂ ਦੇ ਘਰ 'ਚ ਕਿਸਨੇ ਦਖਲ ਦਿੱਤਾ? ਉਹਨਾਂ ਮੁੱਛੀ ਅਸੀਂ ਤੁਹਾਨੂੰ ਗਿਣਤੀ ਕਰਵਾ ਦਿੰਦੇ ਆ। ਬੀਜੇਪੀ ਦਾ ਕੋਈ ਇੰਟੈਂਸ਼ਨ ਨਹੀਂ ਹੈ ਕਿਸੇ ਵੀ ਗੁਰੂ ਦੇ ਘਰ ਜਾ ਕੇ ਆਪਣਾ ਅਸੀਂ ਇੰਟਰਫੇਰੈਂਸ ਕਿਸੇ ਤਰ੍ਹਾਂ ਦੀ ਕਰੀਏ। ਇਸ ਲਈ ਪਰਸੈਪਸ਼ਨ ਇਹ ਗੱਲ ਉਦੋਂ ਉੱਠਦੀ ਹੈ ਜਦੋਂ ਮਨਜਿੰਦਰ ਸਿਰਸਾ ਬੀਜੇਪੀ 'ਚ ਸ਼ਾਮਲ ਹੋ ਜਾਂਦੇ, ਉਦੋਂ ਕਹਿੰਦੇ ਇਹ ਪੁਖਤਾ ਹੋ ਗਈ ਗੱਲ। ਪਹਿਲੇ ਉਹ ਵਿਅਕਤੀ ਹੁਣ ਸਾਡੇ ਪਾਰਟੀ ਦਾ ਸਾਡਾ ਕੁਲੀਗ ਹੈਗਾ, ਕਾਰਿਆਕਰਤਾ ਹੈ, ਪਰ ਇਹ ਤਾਂ ਬੜੀ ਕਨਵੀਨੀਅੰਟ ਚੀਜ਼ ਹੈ ਨਾ। ਪਹਿਲੇ ਕਿਹਾ ਜੀ, ਇਹ ਤਾਂ ਸੁਖਬੀਰ ਬਾਦਲ ਨੇ ਔਨ ਰਿਕਾਰਡ ਕਿਹਾ ਬੰਮ ਰੋੜ ਕੇ ਲੈ ਗਏ ਮਨਜਿੰਦਰ ਸਿਰਸਾ ਦੀ। ਅੱਛਾ, ਇੰਝ ਹੈ ਕਿ ਥੋੜਾ ਸਮੇਂ ਬੀਤਣ ਦਿਓ ਤਾਂ ਪਤਾ ਲੱਗ ਜਾਏਗਾ ਕਿਸਨੇ ਕੀ ਕਿਹਾ ਸੀਗਾ। ਤੁਸੀਂ ਕਨਵਰਜਨ ਦੀ ਗੱਲ ਕੀਤੀ ਪੁਰੀ ਸਾਹਿਬ, ਉੱਤਰ ਪ੍ਰਦੇਸ਼, ਹਿਮਾਚਲ ਤੋਂ ਬਾਅਦ ਹਰਿਆਣਾ, ਕਨਵਰਜਨ ਨੂੰ ਲੈ ਕੇ ਜਿਹੜਾ ਬਿੱਲ ਆਉਣਾ ਉਹਦਾ ਡਰਾਫਟ ਪਾਸ ਹੋ ਗਿਆ ਹਰਿਆਣੇ ਦੇ ਵਿੱਚ। ਪੰਜਾਬ ਦੇ ਵਿੱਚ ਵੀ ਕੀ ਧਰਮ ਪਰਿਵਰਤਨ ਨੂੰ ਲੈ ਕੇ ਕਾਨੂੰਨ ਬਣੇਗਾ? ਮੈਂ ਤੁਹਾਨੂੰ ਇੱਕ ਚੀਜ਼ ਹੈ ਨਾ, ਇਹ ਹੋ ਹੀ ਨਹੀਂ ਸਕਦਾ ਕਿ ਭਾਰਤੀ ਜਨਤਾ ਪਾਰਟੀ ਦੀ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਕਿਸੇ ਹੋਰ ਪ੍ਰਦੇਸ਼ ਇੱਕ ਪਾਲਿਸੀ ਹੋਏ ਤੇ ਪੰਜਾਬ ਵਿੱਚ ਦੂਜੀ ਹੋਏ। ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ। ਮੈਂ ਜਵਾਬ ਸਮਝ ਗਿਆ, ਤੁਸੀਂ ਜਵਾਬ ਜ਼ਰੂਰ ਦੇ ਦਿੱਤਾ। ਤੁਸੀਂ ਕਿਹਾ ਸੀ ਕਨਵਰਜਨ ਤੇ ਤੁਸੀਂ ਗੱਲ ਕਿਉਂ ਨਹੀਂ ਕਰ ਰਹੇ, ਤੁਸੀਂ ਥੋੜਾ ਜਿਹਾ ਕਲੀਅਰ ਕਰੋ। ਪੰਜਾਬ ਨੂੰ ਜ਼ਰੂਰਤ ਹੈਗੀ ਹੈ ਇਸ ਸਮੇਂ, ਤੁਸੀਂ ਮੰਨਦੇ ਹੋ? ਕਿਉਂਕਿ ਦਿੱਲੀ ਦੇ ਵਿੱਚ ਵੀ ਇਹ ਗੱਲ ਹੋਣ ਲੱਗ ਗਈ ਹੈ ਕਿ ਦਿੱਲੀ ਦੇ ਵਿੱਚ ਵੀ ਕਨਵਰਜਨ ਦੇ ਅਗੇਂਸਟ ਕਾਨੂੰਨ ਆ ਸਕਦਾ। ਹਰਿਆਣੇ ਦੇ ਵਿੱਚ ਡਰਾਫਟ ਪਾਸ ਹੋ ਗਿਆ। ਪੰਜਾਬ ਦੇ ਵਿੱਚ ਅਸੀਂ ਮੰਨ ਲਈਏ ਕਿ ਜੇ ਬੀਜੇਪੀ ਦੀ ਸਰਕਾਰ ਆਏਗੀ ਤੇ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਆਏਗਾ। ਮੈਂ ਟ੍ਰੇਨਡ ਸਿਵਲ ਸਰਵੈਂਟ ਹਾਂ, ਹੁਣ ਥੋੜੇ ਪੋਲਿਟਿਕਸ ਆ 5 ਸਾਲ ਤੋਂ। ਮੈਂ ਨਾਪ ਤੋਲ ਕੇ ਤੁਹਾਨੂੰ ਵਰਡਸ ਯੂਜ਼ ਕਰਾਂਗਾ। ਮੈਂ ਪ੍ਰੋਫੈਸ਼ਨਲ ਜਰਨਲਿਸਟ ਹਾਂ, ਮੈਂ ਵੀ ਨਾਪ ਤੋਲ ਕੇ ਗੱਲ ਕਰਦਾ। ਮਾਨੋ ਮੈਂ ਸਮਝ ਰਿਹਾ ਤੁਸੀਂ ਛੋਟਾ ਕਰਕੇ ਇਸ ਡਾਇਰੈਕਸ਼ਨ ਲੈ ਜਾ ਰਹੇ ਹੋ। ਮੇਰਾ ਪਰਸਨਲ ਵਿਊ ਹੈ ਯੈਸ, ਪਾਰਟੀ ਦਾ ਵਿਊ, ਪਾਰਟੀ ਹੈਜ਼ ਟੂ ਡਿਸਾਈਡ, ਪਾਰਟੀ ਹੈਜ਼ ਟੂ ਅਨਾਉਂਸ, ਉਹ ਹੋ ਜਾਏਗਾ। ਅਨਾਉਂਸਮੈਂਟ ਹੋ ਜਾਏ, ਕੀ ਅਨਾਉਂਸਮੈਂਟ ਹੋਈ ਆਈ ਡੋਂਟ ਨੋ, ਵੀ ਵਿਲ ਫਾਈਂਡ ਆਊਟ ਟੁਮਾਰੋ। ਹੋਏਗਾ। ਹੁਣ ਤੱਕ ਆਪਾਂ ਕਹਿ ਰਹੇ ਹਾਂ ਕਿ ਸਿੱਖਾਂ ਤੋਂ ਦੂਰ ਰੱਖਿਆ ਅਕਾਲੀ ਦਲ ਨੇ। ਹੁਣ ਸਿੱਖ ਫੇਸਿਸ ਆ ਰਹੇ ਪੰਜਾਬ ਦੇ ਵਿੱਚ, ਤੁਹਾਡੇ ਜਿਹੜੇ ਸੀਨੀਅਰ ਲੀਡਰ ਹੈ ਦਿੱਲੀ ਤੋਂ ਲਗਾਤਾਰ ਪੰਜਾਬ ਦੇ ਵਿੱਚ, ਮੀਨਾਕਸ਼ੀ ਲੇਖੀ, ਗਜੇਂਦਰ ਸ਼ੇਖਾਵਤ ਜੀ ਸਾਰੇ ਵਿਚਰਦੇ ਪਏ ਆ। ਹੁਣ ਉਹ ਸਾਰੀਆਂ ਚੀਜ਼ਾਂ ਪਿੱਛੇ ਰਹਿ ਗਈਆਂ ਕਿ ਹੁਣ ਸਿੱਖਾਂ ਦੇ ਮਨ 'ਚ ਜਗ੍ਹਾ ਬਣਾ ਪਾਉਂਗੇ? ਸਾਡੇ 22 ਸੀਟਾਂ ਤੋਂ ਜ਼ਿਆਦਾ ਲੜਦੇ ਹੀ ਨਹੀਂ ਸੀਗੇ। ਸਾਡੇ 2-3 MP ਹੈਗੇ, ਇੱਕ ਵੀ ਸਾਫੇ ਵਾਲਾ ਨਹੀਂ ਸੀਗਾ। ਇੱਕ ਹੈਗਾ, ਮਤਲਬ ਅਗਰ ਤੁਸੀਂ ਸਨੀ ਦਿਓਲ ਨੂੰ ਉਸ ਬ੍ਰੈਕਟ 'ਚ ਪਾ ਦਿਓ। ਹੁਣ ਸਾਡੀ 65 ਸੀਟਾਂ ਵਿੱਚੋਂ ਮੈਂ ਪਿਛਲੀ ਵਾਰੀ ਜੋ ਗਿਣਤੀ ਕੀਤੀ 38 ਸਾਫੇ ਵਾਲੇ ਖੜੇ ਨੇ, ਠੀਕ ਹੈ। ਅਸੀਂ ਅੰਮ੍ਰਿਤਸਰ ਈਸਟ 'ਚ ਜਿਹੜੀ ਬੜੀ ਹੌਟ ਸੀਟ ਹੈ, ਪਤਾ ਨਹੀਂ ਮੇਰੇ ਹਿਸਾਬ ਨਾਲ ਤੇ ਇਤਨੀ ਹੌਟ ਨਹੀਂ ਹੈ, ਪਰ ਮੈਂ ਤੁਹਾਨੂੰ ਦੱਸਣਾ, ਸਿੱਧੂ ਸਾਹਿਬ ਵੀ ਖੜੇ ਨੇ, ਮਜੀਠਾ ਜੀ ਵੀ ਖੜੇ ਨੇ। ਉਹ ਪਤਾ ਨਹੀਂ ਕਿਸ ਤਰ੍ਹਾਂ ਹੋਇਆ, ਸਿੱਧੂ ਸਾਹਿਬ ਨੇ ਸ਼ਾਇਦ ਉਹਨਾਂ ਨੂੰ ਕਿਹਾ ਕਿ ਇਤਨਾ ਹੀ ਦਮ ਹੈ, ਤੁਸੀਂ 21 ਸੀਟ ਲੜੋ। ਉਹਨਾਂ ਨੇ ਕਿਹਾ ਮੈਂ ਮੰਨ ਲਿਆ, ਪਰ ਉਹ ਆਪਣੀ ਵਾਈਫ ਨੂੰ ਲੜਵਾ ਰਹੇ ਨੇ ਮਜੀਠਾ ਤੋਂ। ਅਸੀਂ ਕੈਂਡੀਡੇਟ ਉੱਤੇ ਉਤਾਰਿਆ ਸਰਦਾਰ ਸਾਫੇਵਾਲਾ, IAS ਅਫਸਰ, ਜੰਮਿਆ ਪਲਿਆ ਪੰਜਾਬ 'ਚ, 22 ਸਾਲ ਦੀ ਉਮਰ ਤੱਕ ਪੈਦਾ ਹੋਣ ਦੇ ਬਾਅਦ ਪੰਜਾਬ 'ਚ ਹੀ ਰਿਹਾ। ਉਹਦੇ ਫਾਦਰ ਸਾਹਿਬ ਵੀ PCS ਸੀਗੇ, ਮੇਰਾ ਨੂੰ ਲੱਗਦਾ ਪਟਿਆਲੇ ਤੇ ਗੁਰਦਾਸਪੁਰ DC ਸੀਗੇ। ਤਮਿਲਨਾਡੂ ਕਾਡਰ 2 ਸਾਲ ਰਹਿੰਦੇ ਸੀ, ਉਹ ਰਿਜ਼ਾਈਨ ਕਰਕੇ ਰਿਹਾ। ਸਿੱਖ, educated, winner of many literary awards, and a Dalit. ਦੇਖੋ,
ਇਹ ਜਿਹੜੀ ਪੋਪੂਲਿਸਟ ਪੋਲਿਟਿਕਸ ਹੁੰਦੀ ਹੈ ਨਾ, ਉਹ ਬੜਾ ਆਸਾਨ ਹੁੰਦਾ ਹੈ ਕਿ ਇਹ ਜਿਹੜੀ ਸੈਗਮੈਂਟ ਹੈ ਸੋਸਾਇਟੀ ਦੀ, ਇਹਦਾ ਦਲਾਲ ਮੈਂ ਹਾਂ, ਇਹਦੀ ਠੇਕੇਦਾਰੀ ਮੇਰੀ ਹੈ। ਇਹ ਕਿੰਨੇ ਕਿਹਾ? ਉਹ ਤੁਸੀਂ ਟੈਸਟ ਕਰੋਗੇ। ਮੇਰੀ ਤਾਂ ਤੁਹਾਨੂੰ ਸਬਮਿਸ਼ਨ ਇਹੀ ਹੈ ਕਿ ਅਸੀਂ 22-23 ਸੀਟਾਂ ਜ਼ਿਆਦਾ ਲੜੇ ਹੀ ਨਹੀਂ ਆ। ਅਗਰ ਅਸੀਂ ਸੀਟਾਂ ਨਹੀਂ ਲੜਿਆ ਤੇ ਹਾਊ ਕੈਨ ਵੀ ਟੈਸਟ ਇਟ? ਸਾਰੇ ਬਿਊਰੋਕਰੈਟ ਹਰਦੀਪ ਪੁਰੀ ਜਿਹਨੇ ਲੱਕੀ ਨਹੀਂ ਹੁੰਦੇ, ਔਰ ਸਾਰੇ ਬਿਊਰੋਕਰੈਟ ਪੋਲਿਟਿਕਸ ਦੇ ਵਿੱਚ ਇਹਨੇ ਸਕਸੈਸਫੁਲ ਵੀ ਨਹੀਂ ਹੁੰਦੇ। ਇਹ ਫੈਕਟ ਹੈ, ਕਿਉਂਕਿ ਬਿਊਰੋਕਰੈਟਿਕ ਮਾਈਂਡਸੈਟ ਥੋੜਾ ਹੋਰ ਕਿਸਮ ਦਾ ਹੁੰਦਾ, ਪੋਲੀਟੀਕਲ ਮਾਈਂਡਸੈਟ ਥੋੜਾ ਜਿਹਾ ਹੋਰ ਕਿਸਮ ਦਾ ਹੁੰਦਾ। ਤੁਸੀਂ ਤਾਂ ਦੂਸਰੀ ਵਾਰੀ ਕੇਂਦਰ 'ਚ ਵਜ਼ੀਰ ਬਣ ਗਏ ਤਾਂ ਬਿਹਤਰ ਸਮਝ ਗਏ ਹੋਵੋਗੇ। ਬਿਕਰਮ ਮਜੀਠੀਆ ਦਾ ਤੁਸੀਂ ਜ਼ਿਕਰ ਕੀਤਾ, ਹੌਟ ਸੀਟ ਦਾ ਜ਼ਿਕਰ ਕੀਤਾ। ਚਰਚਾ ਇਹ ਵੀ ਹੁੰਦੀ ਹੈ ਪੰਜਾਬ ਦੇ ਵਿੱਚ, ਬੀਜੇਪੀ ਦਾ ਵਿਊ ਜਾਣਨਾ ਚਾਹਨਾ। ਚਰਚਾ ਇਹ ਵੀ ਹੁੰਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਬਿਕਰਮ ਸਿੰਘ ਮਜੀਠੀਆ ਨੂੰ ਸੁਖਬੀਰ ਬਾਦਲ ਦੇ ਰਸਤੇ 'ਚੋਂ ਹਟਾਉਣਾ ਚਾਹੁੰਦੇ ਨੇ, ਇਸ ਲਈ ਫਸਾ ਦਿੱਤਾ। ਚਰਚਾ ਇਹ ਵੀ ਹੁੰਦੀ ਹੈ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਐਲਾਨ ਦਿੱਤਾ ਸੀਐਮ, ਪਰ ਰਾਹ 'ਚੋਂ ਹਟਾ ਕੇ ਆਪਣੀ ਪਤਨੀ ਨੂੰ ਕੱਲ੍ਹ ਨੂੰ ਮੈਦਾਨ 'ਚ ਉਤਾਰ ਸਕਦੇ ਨੇ। ਚਰਚਾ ਇਹ ਵੀ ਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਚਰਨਜੀਤ ਚੰਨੀ ਦੇ ਰਾਹ 'ਚ ਹੁਣ ਲੱਤ ਲਾ ਸਕਦੇ ਨੇ ਕਿਤੇ। ਬੀਜੇਪੀ ਦੂਰ ਬੈਠ ਕੇ ਸਵਾਦ ਲੈ ਰਹੀ ਹੈ। ਸਵਾਦ ਲੈ ਰਹੀ ਹੈ। ਮੈਂ ਤੁਹਾਨੂੰ ਇਹ ਕਹਿ ਸਕਦਾ, ਮੈਂ ਜ਼ਰੂਰ ਇਸ ਚੀਜ਼ ਨੂੰ ਜਦੋਂ ਮੈਂ ਚਰਚਾ ਸੁਣਨਾ, ਦੇਖੋ ਅੱਜ ਕੱਲ ਕਿਉਂਕਿ ਚੁਣਾਵ ਹੋਣੇ ਵਾਲੇ ਨੇ, ਤੁਸੀਂ ਪਹਿਲੇ ਇਹਨਾਂ ਦੇ ਤਿੰਨਾਂ ਦੇ ਜਵਾਬ ਦੱਸੋ। ਤਿੰਨਾਂ ਤੇ ਬੀਜੇਪੀ ਦਾ ਮੈਂ ਵੀ ਸੁਣੀ ਇਹ ਗੱਲ, ਮੈਂ ਵੀ ਸੁਣੀ ਇਹ ਗੱਲ। ਇਹ ਬੜੀ ਪਪੂਲਰ ਇੱਕ ਪੁਆਇੰਟ ਆਫ ਵਿਊ ਹੈ। ਪੁਆਇੰਟ ਆਫ ਵਿਊ ਕਿਹੜੀ ਸੁਣੀ ਹੈ? ਤਿੰਨਾਂ ਦੀ ਸੁਣੀ ਹੈ। ਮੇਰੀ ਜਿਹੜੀ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ, ਮੈਂ ਕੇਜਰੀਵਾਲ ਜੀ ਨੂੰ ਬੜੇ ਮਹੀਨਿਆਂ ਦਾ ਪੁੱਛ ਰਿਹਾ, ਮੇਰੇ ਬੜੇ ਕਲੋਜ਼ ਹੈਗੇ ਕਿਉਂਕਿ ਚੀਫ ਮਿਨਿਸਟਰ ਨੇ ਦਿੱਲੀ ਮੇਰੇ ਨਾਲ ਬੈਠਦੇ ਰਹਿੰਦੇ, ਲੰਚ ਵੀ ਕਰਨੇ। ਇਹ ਅਗੇਨ ਇੰਟਰਸਟਿੰਗ ਚੀਜ਼ ਹੈ, ਮੈਂ ਇਸ ਤੇ ਵੀ ਸਵਾਲ ਕਰੂੰਗਾ, ਤੁਸੀਂ ਪਹਿਲੇ ਜਵਾਬ ਦਿਓ। पता है की कहना, मैं उन्होंने कहा, मैं तुम सिख चेहरा उतारने वाले हो, की हो रहा है? मैं आपको बताता हूँ। 15 अगस्त को मैं गल की सवेरे लाल किले के उत्ते जो सी, अच्छा शाम को मिलेंगे राष्ट्रपति भवन में, बताऊँगा। मान लो कोई चीफ मिनिस्टर बन जाता है पंजाब स्टेट का, आम आदमी पार्टी का, तो आम आदमी पार्टी का ग्रैविटी उसकी कहते सेंटर ऑफ ग्रैविटी कहते ना, सेंटर ऑफ ग्रैविटी कितने रहेगा? दिल्ली च रहेगा या पंजाब च रहेगा? पता नहीं मनु, मैं नहीं मनने को तैयार, मैं पर्सनली नहीं मनने को तैयार। मेरा कुलीग है पार्लियामेंट, भाई पार्लियामेंटेरियन है, कि आम आदमी पार्टी ऐसे कई सैक्शनस है जो खुश नहीं होंगे। पहली गल तो बने ना बने वो दूजी गल, वो तो वोटर्स डिसाइड करेंगे। कई लोग कहते हैं कि अगर बनाना ही है किसी को चीफ मिनिस्टर वहां पे, तो मिसेस केजरीवाल बन सकती है। अब लोग कहते हैं, इट्स अ पॉइंट ऑफ व्यू, आई हैव नो व्यू ऑन इट। बीजेपी दी कितनी सीटां आनगियां, अगर मैं ਤੁਹਾਨੂੰ ਮਿਸਲੀਡ ਕਰਨਾ ਚਾਹਾਂ, मैं कहूँगा 55 ਆਣਗੀਆਂ, पर मैं नहीं कह रहा। नहीं, मैं ਮੰਨੂਗਾ भी नहीं। ਤੁਸੀਂ ਪ੍ਰਕਾਸ਼ ਸਿੰਘ ਬਾਦਲ और ਬਿਕਰਮ ਸਿੰਘ ਮਜੀਠੀਆ ਦੇ ਜਵਾਬ ਦਿਓ। ਬਿਕਰਮ ਸਿੰਘ ਮਜੀਠੀਆ ਤੇ ਬਾਦਲ ਇਹ ਪੁਰਾਣਾ ਫਾਲਟ ਲਾਈਨਸ ਹੁੰਦੀਆਂ ਨੇ ਹਰ ਇੱਕ ਪਾਰਟੀ 'ਚ, ਹਰ ਇੱਕ ਫੈਮਿਲੀ 'ਚ ਹੁੰਦੀਆਂ ਨੇ। ਉਹਨਾਂ ਦਾ ਹੋਰ ਵੀ ਇੱਕ ਸਨ ਇਨ ਲਾਅ ਹੈਗਾ, ਇੱਕ ਸਨ ਇਨ ਲਾਅ ਹੈ, ਉਹਦੇ ਬਾਰੇ ਵੀ ਅਸੀਂ ਸੁਣਦੇ ਸੀਗੇ, ਬਾਕੀ ਵੀ ਹੈਗੇ। ਬਟ ਕਿਸੇ ਟਾਈਮ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ बाबा बड़ा लंबी उम्र देवे, वो खुद भी इलेक्शन लड़ रहे हैं, सब कुछ है। पर जो सक्सेशन का बैटल आता है, वो कौन दावेदार बनता है? हूँ चन्नी जी तो मैं सिद्धू ते आ जावा, मैं नहीं मनने को तैयार। पुरी साहब थोड़ा काइंडली क्लीयर कर दो कि वाकई ये गल हैगी है कि प्रकाश सिंह बादल साहब बिक्रम मजीठिया ਨੂੰ ਸਾਈਡਲਾਈਨ ਕਰ ਸਕਦੇ ਆ, ਸੁਖਬੀਰ ਬਾਦਲ ਨੂੰ ਅੱਗੇ ਲਿਆਉਣ ਦੀ ਥੋੜਾ ਕਲੀਅਰ ਕਰ ਦਿਓ। ਇਹ ਤਾਂ ਸਵਾਲ ਤੁਹਾਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਨੂੰ ਪੁੱਛਣਾ ਚਾਹੀਦਾ, ਠੀਕ ਹੈ। पर मनु कुछ है, मैं सुनिया, मैं क्या हाँ इस चीज़ से चर्चा हैगी कि उस फैमिली या तो लीडरशिप अनडिस्प्यूटेड सरदार सुखबीर सिंह जी दी होएगी या मजीठिया जी आएंगे, बिक्रमजीत सिंह जी आएंगे। इसलिए इसनों इस वक्त लोग स्पैक्यूलेट कर देना है। ਤੁਸੀਂ ਥੋੜੀ ਦੇਰ ਪਹਿਲੇ ਕਿਹਾ ਸੀ, ਮੈਂ ਕੇਜਰੀਵਾਲ ਨਾਲ ਗੱਲ ਕੀਤੀ, ਮੇਰੇ ਦੋਸਤ ਹੈ। ਅੱਜ ਹੀ ਸੁਨੀਲ ਜਾਖੜ ਹੁਣਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਕਹਿੰਦੇ ਪੰਜਾਬ ਦੇ ਵਿੱਚ ਚਾਹੇ ਲੋਕੀ ਵੋਟ ਅਕਾਲੀ ਦਲ ਲਈ ਕਰਨ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਲਈ ਕਰਨ, ਆਮ ਆਦਮੀ ਪਾਰਟੀ ਦੇ ਲਈ ਕਰਨ, ਜਾਏਗਾ ਵੋਟ ਬੀਜੇਪੀ ਨੂੰ, ਕਿਉਂਕਿ ਇਹਨਾਂ ਦੀ ਸੈਟਿੰਗ ਹੈ, ਇਹ ਸਾਰੇ ਬੀਜੇਪੀ ਦੀ ਛਤਰੀ ਥੱਲੇ ਖੜੇ ਆ। ਔਰ ਹੁਣ ਤੁਸੀਂ ਆਪਣੇ ਮੂੰਹ ਕਹਿਤੇ ਵੀ ਕੇਜਰੀਵਾਲ ਮੇਰੇ ਦੋਸਤ ਹੈ, ਲੋਕੀ ਕਿਉਂ ਨਾ ਮੰਨਣ ਇਸ ਗੱਲ ਨੂੰ? देखो जी, पता कौन की कहता है, मेरे बड़े दोस्त ने कांग्रेस, क्योंकि कांग्रेस सरकार रही है। प्रेस कॉन्फ्रेंस की सुनील जाखड़ होना ने आज, मैं तो नहीं गल दसा, पिछले दिनों कुछ दिन पहले कांग्रेस पार्टी ने अपने स्टार कैंपेनर्स की लिस्ट डिक्लेयर की सी, ते उहदे च 2-3 वड्डे नाम जो सीगे लीडर्स, उन्हां दा नाम नहीं सीगा। ते किसी ने एक लीडर ने पूछा, उन्होंने थोड़ी सेंसिटिव है, तुसी समझ जाओगे इशारा भी, उन्होंने पूछा भाई आपका नाम नहीं है? कहता मैं हैरान होता अगर मेरा नाम होता।
ਵੱਡਾ ਲੀਡਰ ਇਲੈਕਟਿਡ MP, आई नो। ਯੂ نو। ਫਿਰ ਉਸਨੇ ਜਿਹੜਾ ਪੱਤਰਕਾਰ ਤੁਹਾਡੇ ਜੈਸਾ ਮਜ਼ਾ ਲੈ ਰਿਹਾ ਸੀਗਾ, ਉਹਨੇ ਫਿਰ दोबारा पूछा 16 उसमें जो नाम है उसके बारे आपकी क्या राय है? तो उन्होंने कहा कि 2-3 नाम तो यहाँ पे ऐसे हैं जो स्टार कैंपेनर में है, उनकी बीवी भी कांग्रेस पार्टी को वोट ना दे। ग्राउंड रियलिटी, ਗਰਾਊਂਡ ਰਿਐਲਿਟੀ ਨਹੀਂ ਹੈ। ਉਹ ਲੀਡਰ ਨੇ ਜਿਨ੍ਹਾਂ ਦੇ ਬਾਰੇ ਚਰਚਾ ਹੁੰਦੀ ਹੈ ਕਿ ਅੰਦਰ ਖਾਤੇ ਬੀਜੇਪੀ ਨਾਲ ਹੱਥ ਮਿਲਿਆ ਹੋਇਆ। नहीं बीजेपी ना हाथ के मिले है वही है। इन जगह कई कांग्रेस पार्टी के बंदे क्रॉस कर गए ने साडे। ਇੱਕ ਮੈਂ ਨਾਮ ਲੈ ਲੈਣਾ, ਇਹ ਔਨ ਰਿਕਾਰਡ ਸਟੇਟਮੈਂਟ ਸੀ ਮਨੀਸ਼ ਤਿਵਾਰੀ ਦੀ। ਮਨੀਸ਼ ਤਿਵਾਰੀ ਨੂੰ ਲੈ ਕੇ ਕਹਿੰਦੇ ਕਿ ਬੀਜੇਪੀ ਦੇ ਬਹੁਤ ਫੇਵਰਿਟ ਹੈਗੇ ਅੱਜ ਕੱਲ, ਬੀਜੇਪੀ ਦੇ ਨਾਲ ਜਾ ਸਕਦੇ। यार तुसी पार्लियामेंटरी रिकॉर्ड देख लो, मनीष मेरा दोस्त है, दोस्त मतलब मेरे तो यंगर है, पर पार्लियामेंट में सवाल जो जवाब देना हो तो वो तो मैंने बड़ा अग्रेसिवली जवाब दिंदा। देखो इंज नहीं होंदा। ਪਰਸੈਪਸ਼ਨ ਤੇ ਹਰਦੀਪ ਪੁਰੀ ਦੀ ਵੀ ਇਹੀ ਹੈ ਕਿ ਇਹ ਬਿਊਰੋਕਰੇਟ ਨੇ, ਇਹ ਪੋਲੀਟੀਕਲ ਮਟੀਰੀਅਲ ਨਹੀਂ ਹੈਗੇ, ਇਹ ਪੋਲੀਟੀਸ਼ੀਅਨ ਫੁੱਲ ਟਾਈਮ ਪੋਲੀਟੀਸ਼ੀਅਨ ਨਹੀਂ ਹੈਗੇ। ਇਹ ਗੱਲ ਉਦੋਂ ਹੁੰਦੀ ਹੈ ਪੁਰੀ ਸਾਹਿਬ ਜਦੋਂ ਇਹ ਕਿਹਾ ਜਾਂਦਾ ਕਿ ਹਰਦੀਪ ਪੁਰੀ ਅੰਮ੍ਰਿਤਸਰ ਤੋਂ ਗੁਰਜੀਤ ਔਜਲੇ ਤੋਂ ਇਲੈਕਸ਼ਨ ਹਾਰਦੇ ਨੇ, ਉਸ ਤੋਂ ਬਾਅਦ ਵਾਪਸ ਹੀ ਨਹੀਂ ਆਉਂਦੇ ਕਿਉਂਕਿ ਉਹਨਾਂ ਦਾ ਪੋਲਿਟਿਕਸ 'ਚ ਇੰਨਾ ਇੰਟਰਸਟ ਹੈ ਨਹੀਂ ਸੀਗਾ। ਅੰਮ੍ਰਿਤਸਰ ਦੁਬਾਰਾ ਆਏ ਨਹੀਂ, ਜਾ ਕੇ ਯੂਪੀ ਤੋਂ ਰਾਜ ਸਭਾ ਮੈਂਬਰ ਚੁਣੇ ਗਏ, ਸੈਂਟਰ 'ਚ ਬੈਠ ਗਏ ਕੁਰਸੀ ਤੇ। इंज है ਇਹ ਗੱਲਾਂ ਪੰਜਾਬ 'ਚ ਹੁੰਦੀਆਂ ਨੇ, ਇਹ ਤੁਹਾਨੂੰ ਹਾਂ ਜਵਾਬ ਦੇਣਾ ਚਾਹੀਦਾ। ਅੰਮ੍ਰਿਤਸਰ ਇਲੈਕਸ਼ਨ ਲੜਨ ਵਾਸਤੇ ਮੈਨੂੰ 17 ਦਿਨ ਦਿੱਤੇ ਗਏ ਸੀ। ਮੈਨੂੰ 2.5 ਲੱਖ ਵੋਟ ਪਈ ਸੀ ਤਾਂ 41% ਵੋਟ ਪਈ ਸੀ। ਅਗਰ ਉਹਦੇ ਆਮ ਆਦਮੀ ਪਾਰਟੀ ਥੋੜੀ ਜੀ ਐਕਟਿਵ ਹੁੰਦੀ ਤਾਂ ਆਈ ਕੁਡ ਹੈਵ ਵਨ ਦੀ ਇਲੈਕਸ਼ਨ। ਅਗਰ ਸੈਬੋਟੇਜ ਨਹੀਂ ਹੋਈ ਹੁੰਦੀ, ਦੈਟਸ ਅ ਸੈਪਰੇਟ ਇਸ਼ੂ। ਦੇਖੋ ਅੰਮ੍ਰਿਤਸਰ ਵਾਸਤੇ ਮੈਂ ਜੋ ਕੀਤਾ ਹੈ ਉਹ ਇਟਸ ਇਨ ਦ ਪਬਲਿਕ ਡੋਮੇਨ। ਦੇਖੋ ਪੋਲੀਟੀਸ਼ੀਅਨ ਕੌਣ ਹੁੰਦਾ ਹੈ, ਸਿਵਲ ਸਰਵੈਂਟ ਕੌਣ ਹੁੰਦਾ ਹੈ, ਅੱਜ ਕੱਲ੍ਹ ਦੀ ਗੇਮ ਵਿੱਚ ਡਿਲੀਵਰੀ ਆਫ ਗੁੱਡਸ ਐਂਡ ਸਰਵਿਸਿਜ਼ ਹੈਗਾ। ਸਿੱਧੂ ਸਾਹਿਬ ਅਰਬਨ ਮਿਨਿਸਟਰ ਸੀਗੇ ਤੇ ਮੈਂ ਤੁਹਾਨੂੰ ਔਨ ਰਿਕਾਰਡ ਕਹਿ ਰਿਹਾ, ਇਹ ਕੈਪਟਨ ਨੇ ਉਸ ਦਿਨ ਗੱਲ ਕਹੀ ਹੈ, ਕੈਪਟਨ ਸਾਹਿਬ ਨੇ, ਮੈਂ ਤੁਹਾਨੂੰ ਰਿਪੀਟ ਕਰ ਰਿਹਾ, ਉਹ ਜਿੰਨੇ ਮਹੀਨੇ ਸੀਗੇ ਉਸ ਵਿਭਾਗ ਸੀਗਾ ਉਹਨਾਂ ਕੋਲ ਇੱਕ ਫਾਈਲ ਉਹਨਾਂ ਨੇ ਨਹੀਂ ਸਾਈਨ ਕੀਤੀ। ਤੇ ਮੈਂ ਤੁਹਾਡੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਲੋਕੀ ਨਹੀਂ ਜਾਣਦੇ, ਤੁਹਾਡੀ ਫੈਮਿਲੀ ਦੇ ਬਾਰੇ, ਤੁਸੀਂ ਕਿਹੜੇ-ਕਿਹੜੇ ਦੇਸ਼ਾਂ 'ਚ ਕੰਮ ਕੀਤਾ। ਜੇ ਇੰਡੀਆ ਨੂੰ ਉੱਥੇ ਤੱਕ ਲੈ ਕੇ ਜਾਣਾ ਹੋਵੇ, ਤੁਸੀਂ ਫੋਰਨ ਦੇਖੇ ਨੇ, ਕੰਟਰੀਜ਼ ਘੁੰਮੀਆਂ, ਕੰਮ ਕੀਤਾ, ਕਿਹੜੀਆਂ ਡਰਾਬੈਕਸ ਹੈ, ਕਿਹੜੀਆਂ ਕਮੀਆਂ ਕਿ ਅਸੀਂ ਉਹਨਾਂ ਦੇਸ਼ਾਂ ਦੀ ਬਰਾਬਰੀ ਨਹੀਂ ਕਰ ਪਾਉਂਦੇ ਹੈਗੇ? ਸੁਪਨਾ ਅਸੀਂ ਦੇਖ ਲੈਂਦੇ ਆ ਪਰ ਉੱਥੇ ਤੱਕ ਪਹੁੰਚ ਨਹੀਂ ਪਾਉਂਦੇ ਹੈਗੇ। ਦੇਖੋ ਪਹਿਲੀ ਗੱਲ ਤੇ ਹੈ ਦੇਸ਼ ਦੇ ਅੰਦਰ ਜਿਹੜਾ ਟੈਂਪਲੇਟ ਹੈਗਾ, ਜਿਹੜਾ ਨੋਰਮ ਹੈ, ਹਰ ਇੱਕ ਸਟੇਟ ਨੂੰ ਉੱਥੇ ਤੱਕ ਪਹੁੰਚਣਾ। ਇਸ ਵਕਤ ਕਿਸੇ ਹੋਰ ਕੰਟਰੀ ਨਾਲ ਬਰਾਬਰੀ ਕਰਨੀ ਉਹ ਤਾਂ ਬਾਅਦ ਦੀ ਹੋਏਗੀ। ਅਸੀਂ ਇਸ ਵਕਤ ਸਾਡੀ $3 ਟ੍ਰਿਲੀਅਨ ਦੀ ਇਕੋਨਮੀ ਹੈ। 2025 ਤੱਕ ਇਹ $5 ਟ੍ਰਿਲੀਅਨ ਹੋ ਜਾਏਗੀ। ਠੀਕ ਹੈ, 2030 ਤੱਕ ਇਹ $10 ਟ੍ਰਿਲੀਅਨ ਦੀ ਇਕੋਨਮੀ ਹੋ ਜਾਏਗੀ। ਇਸ ਵਕਤ ਦੋ ਵੱਡੀਆਂ ਇਕੋਨਮੀਜ਼ ਹੈਗੀਆਂ, ਯੂਨਾਈਟਿਡ ਸਟੇਟਸ ਜਿਹਦੀ ਹੋਣੀ ਹੈ ਕੋਈ 22-23 ਟ੍ਰਿਲੀਅਨ ਇਕੋਨਮੀ, ਮੈਨੂੰ ਯਾਦ ਨਹੀਂ ਹੈ, ਤੇ ਚੀਨ ਹੋਏਗਾ ਜਿਹੜਾ 12-15 ਟ੍ਰਿਲੀਅਨ ਤੇ ਹੋਏਗਾ। ਠੀਕ ਹੈ, ਜਦੋਂ ਅਸੀਂ $10 ਟ੍ਰਿਲੀਅਨ ਇਕੋਨਮੀ ਉਹ ਅੱਗੇ, ਬਾਕੀ ਸਾਰੇ ਦੇਸ਼ ਪਿੱਛੇ ਰਹਿ ਜਾਣਗੇ। ਹੁਣ ਸਾਡੀ ਵੱਡੀ ਚੈਲੰਜ, ਇੰਡੀਆ ਤਾਂ ਪਹੁੰਚ ਜਾਏਗਾ, ਮੈਂ ਉਹਨੂੰ ਦੱਸ ਰਿਹਾ ਆਰਾਮ ਨਾਲ ਪਹੁੰਚੇਗਾ, ਉਹਦੇ ਕੋਈ ਡਰ ਨਹੀਂ ਹੈ। ਪੰਜਾਬ ਮਸਟ ਬੀ ਐਨ ਇੰਟੈਗਰਲ ਪਾਰਟ। ਇਸ ਵਕਤ ਪੰਜਾਬ ਕੰਟਰੀ ਵਾਈਜ਼ ਚੌਥੇ ਸਥਾਨ 14th ਸਪॉट ਤੇ ਹੈ। ਠੀਕ ਹੈ, ਪੰਜਾਬ ਪ੍ਰੀਮੀਅਰ ਸਟੇਟ ਸੀਗੀ। ਅਗਰ ਤੁਸੀਂ 1985 ਦੇ ਆਸ-ਪਾਸ ਦੇਖ ਲਓ, ਐਗਰੀਕਲਚਰ ਦੇਖ ਲਓ, ਇੰਡਸਟਰੀ ਦੇਖ ਲਓ, ਪਿਛਲੇ 2 ਸਾਲਾਂ 'ਚ 15,000 ਇੰਡਸਟਰੀ ਪੰਜਾਬ 'ਚੋਂ ਬਾਹਰ ਜਾ ਕੇ ਗੁਜਰਾਤ, ਉੱਤਰ ਪ੍ਰਦੇਸ਼ ਇਸ ਜਗ੍ਹਾ ਲੱਗੀ ਹੈ। ਪਹਿਲੇ ਸਾਨੂੰ ਇਸ ਵਿੱਚ ਸੁਧਾਰ ਲਿਆਉਣ ਦੀ ਲੋੜ ਹੈਗੀ। ਸੁਧਾਰ ਕਿਵੇਂ ਆਏਗਾ ਕਿ ਸਿਸਟਮ ਮੈਂ ਸਮਝਾਇਆ ਤੁਹਾਨੂੰ ਜਾਏਗਾ? ਪੂਰਾ ਗਿਣਾ ਦੇਣਾ। ਆਪਣੇ ਜੋ ਸਾਡੇ ਸੰਕਲਪ ਪੱਤਰ ਹੈ, ਕੱਲ ਜਿਹੜਾ ਘੋਸ਼ਣਾ ਪੱਤਰ ਆ ਰਿਹਾ, ਉਹ ਸਾਰੇ ਅਸੀਂ ਲਿਸਟ ਕੀਤਾ ਹੋਇਆ। ਅਸੀਂ ਕੀ ਕਰਾਂਗੇ ਪੰਜਾਬ ਵਾਸਤੇ, ਇੰਡਸਟਰੀ ਵਾਸਤੇ, ਟ੍ਰੇਡਰਸ ਵਾਸਤੇ। ਬਾਏ ਦ ਵੇ ਅੱਜ ਲੁਧਿਆਣੇ ਮੇਰੀ ਇੱਕ ਵਪਾਰੀਆਂ ਨਾਲ ਮੀਟਿੰਗ ਹੋਈ ਹੈ, ਜਿਹੜੇ ਉਹਨਾਂ ਦੀ ਅਸੀਂ ਗੱਲਾਂ ਸੁਣੀਆਂ ਨੇ, ਮੈਨੂੰ ਹੈਰਾਨਗੀ ਹੋਈ। ਕਈ ਚੀਜ਼ਾਂ ਦੇ ਬਾਰੇ ਉਹਨਾਂ ਨੂੰ ਵੀ ਜਾਣਕਾਰੀ ਨਹੀਂ ਅਸੀਂ ਕੀ ਕੀਤਾ। ਸਾਡੀਆਂ ਕੇਂਦਰੀ ਯੋਜਨਾਵਾਂ ਜਿਹੜੀਆਂ ਹੈਗੀਆਂ ਉਹਦੇ ਬਾਰੇ ਜਾਣਕਾਰੀ ਨਹੀਂ ਹੈ। ਬਾਕੀ ਜੋ ਚਾਹੁੰਦੇ ਨੇ, ਮੈਂ ਐਸੇ ਇੱਕਦਮ ਉਹਦੇ ਕੋਈ ਪ੍ਰੋਬਲਮ ਹੀ ਨਹੀਂ, ਅਸੀਂ ਕਰਾਂਗੇ। ਪਰ ਇਹਦੇ 'ਚ ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ 'ਚ ਬੜੀ ਤਕੜੀ, ਫ੍ਰੀ, ਫਰੈਂਕ, ਇੰਟੀਗ੍ਰੇਟਿਵ ਪ੍ਰੋਸੈਸ ਦੀ ਲੋੜ ਹੈਗੀ। ਜੇਕਰ ਸਟੇਟ ਦੇ ਵਿੱਚ ਆਪੋਜ਼ਿਟ ਗਵਰਨਮੈਂਟ ਹੋਵੇ ਤਾਂ ਕੀ ਉਹ ਤਾਲਮੇਲ ਨਹੀਂ ਬਣ ਪਾਉਂਦਾ ਹੈਗਾ? ਕਿਹਦਾ ਨਾਲ? ਜੇ ਦੂਜੀ ਪਾਰਟੀ ਦੀ ਸਰਕਾਰ ਸਟੇਟ ਦੇ ਵਿੱਚ ਹੋਵੇ, ਸੈਂਟਰ 'ਚ ਹੋਵੇ ਤਾਂ ਨਹੀਂ, ਉਹਦੇ ਨਾਲ ਨਹੀਂ। ਉਹ ਬੜੇ ਸਾਡੇ ਕਈ ਸਰਕਾਰਾਂ ਹੈਗੀਆਂ ਜਿਹਦੇ ਸਾਡੀ ਪਾਰਟੀ ਦੀਆਂ ਨਹੀਂ, ਸਾਡੇ ਬੜੇ ਚੰਗੇ ਰਿਸ਼ਤੇ ਨੇ। ਜਿਹੜੀ ਸਟੇਟ ਗਵਰਨਮੈਂਟ ਅਗਰ ਇਹ ਹੋਏ, ਉਹਦਾ ਜਿਹੜੀ ਸੋਚ ਵਿਚਾਰ ਹੈ, ਉਹਨਾਂ ਦੀ ਅਟੈਂਸ਼ਨ ਜਿਹੜੀਆਂ ਛੋਟੀਆਂ-ਛੋਟੀਆਂ ਗਲਤ ਕਿਸਮ ਦੀਆਂ ਚੀਜ਼ਾਂ ਤੇ ਉਹਨਾਂ ਨਾਲ ਨਹੀਂ ਹੋ ਪਾਉਂਦੀ।
ਮੇਰੇ ਆਪੋਜੀਸ਼ਨ ਕਈ ਸਟੇਟਸ ਹੈਗੇ ਆ, ਉਹਨਾਂ ਦੇ ਚੀਫ ਮਿਨਿਸਟਰ ਆ ਕੇ ਮੈਨੂੰ ਮਿਲਦੇ ਨੇ, ਕੋਈ ਪ੍ਰੋਬਲਮ ਨਹੀਂ ਹੈ ਅਗਰ ਉਹ ਡਿਵੈਲਪਮੈਂਟ ਸਕੀਮਸ ਨੂੰ ਠੀਕ ਤਰੀਕੇ ਚਲਾਉਣ। ਤੁਹਾਡੀ ਫੈਮਿਲੀ ਬਾਰੇ ਗੱਲ ਕਰ ਰਹੇ ਸੀਗੇ, ਤੁਹਾਡੀ ਅਰਲੀ ਲਾਈਫ ਬਾਰੇ ਤੁਸੀਂ ਗੱਲ ਕਰ ਰਹੇ ਸੀ, ਮੈਂ ਸਵਾਲ ਤੁਸੀਂ ਜਵਾਬ ਨਹੀਂ ਦਿੱਤਾ ਉਹਦਾ। ਤੁਹਾਡੇ ਆਪਣੀ ਫੈਮਿਲੀ ਬਾਰੇ ਦੱਸੋ, ਥੋੜਾ ਹਲਕਾ ਜਿਹਾ ਸਵਾਲ ਹੈ ਕਿ ਤੁਹਾਡੀ ਫੈਮਿਲੀ 'ਚ ਕੌਣ ਹੈ, ਕੀ ਕਰਦਾ, ਲੋਕ ਨਹੀਂ ਜਾਣਦੇ ਹੈਗੇ, ਸਿਰਫ ਹਰਦੀਪ ਪੁਰੀ ਨੂੰ ਜਾਣਦੇ, ਤੁਹਾਡੀ ਬਾਕੀ ਫੈਮਿਲੀ ਬੈਕਗ੍ਰਾਉਂਡ ਬਾਰੇ ਨਹੀਂ ਜਾਣਦੇ। ਨਹੀਂ, ਮੈਂ ਤੁਹਾਨੂੰ ਦੱਸ ਦੇਣਾ, ਮੇਰੇ ਫਾਦਰ ਰਾਵਲਪਿੰਡੀ ਤੋਂ ਆਏ ਸੀਗੇ, ਰੈਫਿਊਜੀ, ਲਾਸਟ ਫਰੰਟੀਅਰ ਮੇਲ ਤੇ ਆਏ ਸੀਗੇ। ਮੇਰੇ ਮਦਰ ਪਿਸ਼ਾਵਰ ਤੋਂ ਆਏ ਸੀਗੇ, ਉਹਨਾਂ ਦੀ ਸ਼ਾਦੀ ਪਾਰਟੀਸ਼ਨ ਤੋਂ ਬਾਅਦ ਹੋਈ। ਮੇਰੀ ਫੈਮਿਲੀ 'ਚ ਦੋਨੋਂ ਸਾਈਡ एजुकेशन ਤੇ ਬੜਾ ਸਟਰੋਂਗ ਐਮਫੈਸਿਸ ਰਿਹਾ। ਮੇਰੇ ਫਾਦਰ ਵੀ ਵਿਦੇਸ਼ ਮੰਤਰਾਲੇ ਵਿੱਚ ਸੀਗੇ, ਮੇਰੇ ਗ੍ਰੈਂਡਫਾਦਰ ਦੋਨੋਂ ਸਾਈਡ ਤੇ ਐਜੂਕੇਸ਼ਨਿਸਟ ਸੀਗੇ, ਮੇਰੇ ਗ੍ਰੇਟ ਗ੍ਰੈਂਡਫਾਦਰ ਸਿਵਲ ਸਰਜਨ ਸੀਗੇ। ਮੈਂ ਉਸ ਵਾਲੇ ਦੀ ਗੱਲ ਹੈ ਨਾ, ਬ੍ਰਿਟਿਸ਼ ਟਾਈਮ ਦੀ, ਉਸ ਵਕਤ ਦੀ। ਮੇਰਾ ਇੱਕ ਭਰਾ ਹੈਗਾ, ਉਹ IAS ਵਿੱਚ ਸੀਗਾ। ਮੇਰੀ ਵਾਈਫ ਵੀ ਫੋਰਨ ਸਰਵਿਸ ਸੀਗੀ, ਉਹ ਯੂਨਾਈਟਿਡ ਨੇਸ਼ਨਸ ਵਿੱਚ ਅਸਿਸਟੈਂਟ ਸੈਕਟਰੀ ਜਨਰਲ ਸੀਗੀ। ਜਦੋਂ ਮੈਂ ਮੰਤਰੀ ਬਣਿਆ तो ਉਹਨੂੰ ਲੱਗਿਆ ਕਿ ਮੇਰੇ ਕੋਲ ਸੰਭਾਲਿਆ ਨਹੀਂ ਜਾਣਾ, ਸੋ ਸ਼ੀ ਰਿਜ਼ਾਈਨਡ ਐਂਡ ਕੇਮ ਬੈਕ। ਅਸੀਂ ਰੈਫਿਊਜੀ ਫੈਮਿਲੀ ਹੈਗੇ, ਆਏ ਸ਼ੁਰੂ ਵਿੱਚ ਅੰਮ੍ਰਿਤਸਰ, ਫਿਰ ਕੁਝ ਲੋਕ ਦੇਹਰਾਦੂਨ ਚਲੇ ਗਏ। ਸਾਨੂੰ ਪੰਜਾਬ ਛੱਡਿਆ ਬਹੁਤ ਟਾਈਮ ਹੋ ਗਿਆ। ਮੈਂ ਫੋਰਨ ਸਰਵਿਸ ਜੁਆਇਨ ਕੀਤੀ ਸੀ 74 ਵਿੱਚ, 73 'ਚ ਮੈਂ ਯੂਨੀਵਰਸਿਟੀ ਪਾਸ ਕੀਤੀ। ਹੁਣ ਜਦੋਂ ਮੇਰੇ ਪੇਰੈਂਟਸ ਅਲਾਈਵ ਸੀਗੇ ਤਾਂ ਆਣਾ ਜਾਣਾ ਰਹਿੰਦਾ ਸੀਗੇ, ਕਿਉਂਕਿ ਰਿਸ਼ਤੇਦਾਰ ਸੀਗੇ। ਉਹਦੇ 74 ਦੇ ਬਾਅਦ ਮੈਂ 39 ਈਅਰਸ 40 ਸਾਲ ਬਾਹਰ ਰਿਹਾ, ਤੇ ਇਸ ਲਈ ਪੰਜਾਬੀ ਰੂਟਸ ਤੇ ਹੈਗੀਆਂ, ਬਟ ਲਿੰਕਸ ਹੈਗੇ, ਇਮੋਸ਼ਨਲ ਲਿੰਕਸ ਹੈਗੇ। ਬਟ ਅਗਰ ਤੁਸੀਂ ਟਾਈਮ ਸਪੈਂਡ ਕਰੋ, ਇੱਕ ਤੁਹਾਡਾ ਕਾਂਗਰਸ ਦਾ ਪੋਲੀਟੀਸ਼ੀਅਨ ਹੈ, ਕਿਤੇ ਪਤਾ ਕਹਿੰਦਾ ਇਹ ਤਾਂ ਨਕਲੀ ਸਰਦਾਰ ਹੈ। ਮੈਂ ਕਿਹਾ ਕਿਉਂਕਿ ਐਨੀਵੇ ਬਾਅਦ ਮੈਂ ਉਹਨੂੰ ਜੋ ਠੇਠ ਪੰਜਾਬੀ 'ਚ ਕਿਹਾ ਉਹ ਬਾਅਦ ਦੀ ਗੱਲ ਹੈ, ਮੈਂ ਤੁਹਾਨੂੰ ਨਹੀਂ ਸੁਣਾਵਾਂਗਾ। ਬਟ ਦੇਖੋ, ਤੁਸੀਂ ਅਗਰ 40 ਸਾਲ ਬਾਹਰ ਰਹਿ ਜਾਓ ਤਾਂ ਮੈਂ ਤੁਹਾਡਾ ਵੀ ਐਕਸੈਂਟ ਜਿਹੜਾ ਹੈ ਤੇ ਪੰਜਾਬੀ ਬੋਲਣਾ ਥੋੜਾ ਝਾਕਾ ਤਾਂ ਹੁੰਦਾ ਹੈ, ਕਿਉਂਕਿ ਅਗਰ ਤੁਸੀਂ ਇੱਕ ਭਾਸ਼ਾ ਨੂੰ ਰਿਪੀਟਡਲੀ ਯੂਜ਼ ਕਰੋ ਤਾਂ ਫਿਰ ਆਰਾਮ ਨਾਲ ਫਲੋ ਹੁੰਦੀ ਹੈ। ਜਿਹੜਾ ਰਹਿਣਾ ਸਹਿਣਾ ਹੁੰਦਾ ਉਹ ਕਿਹੋ ਜਿਹਾ, ਪੰਜਾਬੀ ਵਰਗਾ ਕਿ ਅਫਸਰਾਂ ਵਰਗਾ? ਨਹੀਂ, ਇਨ ਜਗ੍ਹਾ ਟੋਰ ਤਾਂ ਪੰਜਾਬੀ ਵਾਲਾ ਰਹਿਣ ਸਹਿਣ ਦਾ ਸਟਾਈਲ ਤਾਂ ਉਹ ਤਾਂ ਉਹੀ ਰਹੇਗਾ। ਤੁਸੀਂ ਅੱਗੇ ਸਵਾਲ ਨਾ ਪੁੱਛਣਾ, ਬਾਕੀ ਤਾਂ ਠੀਕ ਹੈ। ਪੁਰੀ ਸਾਹਿਬ, ਆਡੀਅנס ਦੇ ਵਿੱਚੋਂ ਅਸੀਂ ਇੱਕ ਦੋ ਸਵਾਲ ਲੈਣੇ ਆ, ਜ਼ਰੂਰ ਅਸੀਂ ਸਵਾਲ ਲੈ ਲੈਣੇ ਆਡੀਅנס ਚੋਂ। आपने एक बहुत अच्छी बात कही, इकोनॉमी पर बात करना चाह रहे थे कि पंजाब पर 2 करोड़ 81,000 ये तो एडमिटेड फिगर है। जैसे चन्नी का डिक्लेयर्ड इनकम वो क्या है, टेलीकॉम के, वो क्या 10 करोड़ का सिर्फ है गरीब। जी सर, उसी से जुड़ा हुआ मेरा सवाल है कि आपने ये फिगर पहली बार किसी ने मतलब कि इसको एग्जैक्टली कोट किया यहाँ पर, तो आपने ये भी कहा कि केवल बीजेपी ही ऐसी पार्टी है जो कि ऐसी सरकार दे सकती है जो कि इस पूरी दलदल से पंजाब को निकाल सकता है। लेकिन एक बहुत बड़ा तबका देश में ऐसा भी है जो कि बीजेपी के 8 साल के काम पे नजर रखे हुए है। वो ये देख रहा है कि किस तरीके से जो 2 करोड़ नौकरियां देने की बात की गई थी, किस तरीके से जो देश की किसानों की इनकम को दुगना करने की कोशिश की गई थी, या अभी आपने ट्रिलियन इकोनॉमी को लेकर बात की है तो कई इकोनॉमिस्ट उस पर भी सवाल उठा रहे हैं, या फिर अभी हालिया समय में देखें तो किस तरीके से जो एग्रीकल्चर रिफॉर्म्स थे उसका जो मेस बना दिया मतलब सरकार ने, तो कैसे यकीन करेंगे कि भाई पंजाब के लोग कि भाई इस केवल बीजेपी ही पंजाब को इस कर्ज के दलदल से निकाल लेगी? देखिए, मुझे बहुत खुशी है कि आपने ये प्रश्न पूछा। उसके कारण क्या है मैं बताता हूँ। मैंने ये कई बार कहा है कि आप देख लीजिए कि बीजेपी ने 2014 के और 2019 के चुनाव के पहले अपने घोषणा पत्र में क्या क्या बोला है, आप देख लीजिए। एक तरफ लिख लीजिए कि ये उन्होंने कहा था, और राइट साइड में लगा लीजिए कि ये उन्होंने किया। क्योंकि बीजेपी सत्ता में है सेंटर में, और बीजेपी की जो योजनाएं हैं, अब देखिए, हम अगर टैक्स कलेक्ट करते हैं, मान लीजिए एक्साइज कलेक्ट करते हैं, तो हमने एक्साइज के साथ क्या किया वो मैं आपको गिनवा सकता हूं। 2004 और 14 में जब कांग्रेस की सरकार थी केंद्र में, उस समय हमारी सारी जो अर्बन शहरी योजनाएं हैं मिलाकर 1,57,000 करोड़ पूरा उस पे एक्सपेंडिचर हुआ। मोदी जी के 7 साल जो सरकार रही है, वैसे 7 साल भी नहीं, क्योंकि इनकी जो केंद्रीय योजनाएं थी वो जून 2015 में शुरू हुई, तो 6-6.5 साल में इन्होंने उसका 7 गुना, पुराने 10 साल में 1,57,000 करोड़, इन्होंने 11,80,000 करोड़ स्पेंड किया।
और आप ये नहीं पूछ सकते, और ये पूछ सकते हैं और आपको जवाब दूंगा मैं, वो कहाँ लगा पैसा। प्रधानमंत्री आवास योजना में जो मेरे नीचे आती है, मेरे मंत्रालय में आती है, हम उसको डील करते हैं, हमने डिमांड असेसमेंट की कि प्रधानमंत्री जी का जो सपना है कि उन्होंने कहा था कि मैं चाहता हूं कि मार्च 2022, अभी 2 महीने भी नहीं रहते, हर एक भारतीय नागरिक के सर के ऊपर एक पक्का मकान हो जिसमें किचन हो, शौचालय हो, गैस का सिलेंडर हो और जो भी सुविधाएं जरूरी हैं सब मौजूद हों। तो हमने डिमांड असेसमेंट की कि प्रधानमंत्री जी का सपना पूरा करने के लिए कितने आवास हमको बनाने होंगे 4 वर्टिकल्स में। भाई साहब, नतीजा निकला 1 करोड़। फिर ये जो योजना है जून 2015 में आरंभ हुई, उसके बाद हमने डिमांड असेसमेंट दोबारा की, उन्होंने बोला 1 करोड़ 12 लाख की एडिशन हुई है। आपको पता हमने कितने घर सैंक्शन कर दिए हैं? 1 करोड़ 14 लाख ये कर दिए हैं। इसमें 55 या 58 लाख तो लाभार्थियों को मिल गए हैं, ऑलरेडी मिल गए हैं, और 78 लाख जो हैं ग्राउंड हो चुके हैं। पर हम यहां रुक नहीं रहे हैं। घर का जो मलकाना हक, जो किसको कहते हैं टाइटल, वो घर की महिला के नाम पे होगा। तो ये तभी हो सकता है क्योंकि सेंट्रल गवर्नमेंट अपना जो डेवलपमेंट रोल है और सोशल वेलफेयर रोल उसको निभाती है। और मैं आपको स्टेटिस्टिक्स दे दूंगा कौन सी ईयर में कितनी एम्प्लॉयमेंट जनरेशन हुई। अगर नहीं हुआ होता तो जो पंजाब की स्थिति है आज, जो लोग जरा मनरेगा में असिस्टेंस मांगे, बाकी देश में भी होता है, बाकी स्टेट्स में नहीं है ऐसा। ਪੁਰੀ ਸਾਹਿਬ, ਤੁਸੀਂ ਕਰੋਨਾ ਦਾ ਜ਼ਿਕਰ ਕੀਤਾ, ਤੁਸੀਂ ਜੌਬਸ ਦਾ ਜ਼ਿਕਰ ਕੀਤਾ, ਵੈਕਸੀਨ ਲਗਵਾਈ, ਵੈਕਸੀਨ ਲਗਵਾਉਣੀ ਸਰਕਾਰ ਦੀ ਜ਼ਿੰਮੇਵਾਰੀ ਸੀਗੀ। ਜੌਬਸ ਇੰਡਸਟਰੀ ਵੀ ਬਹੁਤ ਜਨਰੇਟ ਕਰਦੀ ਹੈ, ਉਦਯੋਗ ਵੀ ਬਹੁਤ ਜੌਬਸ ਦਿੰਦੇ ਨੇ। ਕਰੋਨਾ ਦੇ ਦੌਰਾਨ ਜਦੋਂ ਇੰਡਸਟਰੀ ਬੰਦ ਹੋਈ, ਯੂਨਿਟ ਬੰਦ ਹੋਏ, ਬਹੁਤ ਸਾਰੇ ਇੰਡਸਟਰੀਲਿਸਟ ਨੇ ਵੈਕਸੀਨ ਵੀ ਕਰਵਾਈ ਆਪਣੇ ਮਜ਼ਦੂਰਾਂ ਦੀ, ਉਹਨਾਂ ਨੂੰ ਲੰਗਰ ਵੀ ਦਿੱਤਾ ਔਰ ਕੁਝ ਲੋਕਾਂ ਨੇ ਰਹਿਣ ਨੂੰ ਥਾਂ ਵੀ ਦਿੱਤੀ। ਪਰ ਸਰਕਾਰ ਦੇ ਨਾਲ ਇੰਡਸਟਰੀਲਿਸਟਾਂ ਦੀ ਇੱਕ ਨਾਰਾਜ਼ਗੀ ਸੀਗੀ ਕਿ ਸਾਡੇ ਲਈ ਬਿਜਲੀ ਦੇ ਫਿਕਸ ਚਾਰਜ ਲਾ ਦਿੱਤੇ ਗਏ, ਸਾਨੂੰ ਉਹਦੇ 'ਚ ਰਾਹਤ ਨਹੀਂ ਮਿਲੀ। ਅਸੀਂ ਕਰਜ਼ੇ ਜਿਹੜੇ ਲੈਣੇ ਸੀਗੇ, ਬੈਂਕਾਂ ਨੇ ਸਾਡੇ ਕੋਲ ਉਹਦਾ ਵੀ ਵਿਆਜ ਲਿਆ, ਸਾਨੂੰ ਉਹਦੇ 'ਚ ਵੀ ਰਾਹਤ ਨਹੀਂ ਮਿਲੀ। ਸਰਕਾਰ ਸਾਡੇ ਲਈ ਇੱਕ ਸਪੈਸ਼ਲ ਇਕਨੋਮਿਕਲ ਪੈਕੇਜ ਕੋਈ ਦੇ ਸਕਦੀ ਸੀ ਇੰਡਸਟਰੀ ਦੇ ਲਈ, ਸਰਕਾਰ ਨੇ ਉਹ ਵੀ ਨਹੀਂ ਦਿੱਤਾ। ਇਹ ਸਰਕਾਰ ਦੀ ਜ਼ਿੰਮੇਵਾਰੀ ਸੀਗੀ, ਉਹਨਾਂ ਦਾ ਰਿਵਾਈਵਲ ਵੀ ਸਰਕਾਰ ਦੀ ਜ਼ਿੰਮੇਵਾਰੀ ਸੀ। ਮੈਨੂੰ ਬੜੀ ਖੁਸ਼ੀ ਹੈ ਤੁਸੀਂ ਇਹ ਸਵਾਲ ਪੁੱਛਿਆ, ਕਿਉਂਕਿ ਜਿਹੜੇ ਮੇਰੇ ਟ੍ਰੇਡਰਸ ਨਾਲ ਮੀਟਿੰਗ ਸੀ ਉਹਦੇ ਨਾਲ ਬੜੀ ਡਿਟੇਲ ਵਿੱਚ ਚਰਚਾ ਹੋਈ। ਮਹਾਰਾਜ, ਬਿਜਲੀ ਦਾ ਰੇਟ ਕੇਂਦਰੀ ਸਰਕਾਰ ਨਹੀਂ ਫਿਕਸ ਕਰਦੀ, ਸਟੇਟ ਗਵਰਨਮੈਂਟ ਕਰਦੀ ਹੈ। ਅਸੀਂ ਆਪਣੇ ਸੰਕਲਪ ਪੱਤਰ 'ਚ ਕਿਹਾ ਕਿ ਅਸੀਂ ਬਿਜਲੀ MSME ਨੂੰ 4 ਰੁਪਏ ਤੇ ਬਾਕੀ ਇੰਡਸਟਰੀ ਨੂੰ 5 ਰੁਪਏ ਤੇ ਦੇਵਾਂਗੇ। ਇਸ ਅਸੀਂ ਕਮਿਟਮੈਂਟ ਕੀਤੀ ਹੈ। ਦੂਜੀ ਗੱਲ, 170 ਕਰੋੜ ਵੈਕਸੀਨ ਜਿਹੜੀ ਆਈ ਹੈ ਉਹਦੇ ਤੁਸੀਂ ਜਾਣਕਾਰੀ ਕਰ ਲਓ, ਮੈਂ ਤੁਹਾਨੂੰ ਫਿਗਰ ਭੇਜ ਦਿਆਂ ਕਿੰਨੀ ਸਰਕਾਰ ਸੈਂਟਰਲ ਗਵਰਨਮੈਂਟ ਨੇ ਕੀਤੀ ਹੈ ਤੇ ਕਿੰਨੀ ਬਾਕੀ ਹੋਈ ਹੈ। ਇੱਕ ਯੁਵਾ ਨੇਤਾ ਹੈਗਾ ਇੱਕ ਪਾਰਟੀ ਦਾ, ਤੁਸੀਂ ਮੈਂ ਜਦੋਂ ਕਹਾਂਗਾ ਤੁਸੀਂ ਪਛਾਣ ਜਾਓਗੇ, ਮੋਦੀ ਜੀ ਹਮਾਰੇ ਬੱਚੋਂ की वैक्सीन कहाँ है? तो मैं ਉਹਦਾ ਜਵਾਬ ਦਿੱਤਾ, ਰਾਜਸਥਾਨ ਵਿੱਚ ਤੁਸੀਂ ਕੂੜੇ 'ਚ ਸੱਟਤੀ ਤੇ ਇੱਥੇ ਪੰਜਾਬ ਵਿੱਚ ਉਹਦੇ ਮੁਨਾਫਾਖੋਰੀ ਕਰ ਰਹੇ ਹੋ। ਕਿੰਨੀ ਇੰਡਸਟਰੀ ਨੇ ਦਿੱਤੀ, ਕਿੰਨੀ ਬਾਕੀ ਦਿੱਤੀ, ਮੈਂ ਉਸ 'ਤੇ ਜ਼ਿਆਦਾ ਟਿੱਪਣੀ ਨਹੀਂ ਦੇਣਾ ਚਾਹਾਂਗਾ। ਪਰ ਮੈਨੂੰ ਇੱਕ ਚੀਜ਼ ਤੁਹਾਨੂੰ ਦੱਸ ਰਿਹਾ, ਇਹ ਸਾਡਾ ਜਿਹੜਾ ਸੰਕਲਪ ਪੱਤਰ ਨਿਕਲਿਆ ਕੋਈ ਹਫ਼ਤਾ ਪਹਿਲੇ, ਉਹਦੇ 'ਚ ਅਸੀਂ ਕਿਹਾ ਅਸੀਂ ਇੱਕ ਵਾਈਟ ਪੇਪਰ ਲਿਆਵਾਂਗੇ। ਵਾਈਟ ਪੇਪਰ ਵਿੱਚ ਅਸੀਂ ਅਸੈਸਮੈਂਟ ਕਰਾਂਗੇ ਕਿ ਮਹਾਮਾਰੀ ਦੇ ਕਾਰਨ ਕਿੰਨਾ ਇੰਡਸਟਰੀ ਦਾ ਨੁਕਸਾਨ ਹੋਇਆ। ਤੇ ਪੈਕੇਜ ਤੇ ਅਸੀਂ ਆਲਰੇਡੀ ਅਨਾਉਂਸ ਕਰਤਾ ਹੈ, ਅਸੀਂ ਹੋਰ ਵੀ ਕੱਲ ਵੇਟ ਕਰੋ ਥੋੜਾ ਜਿਹਾ, ਅਸੀਂ ਤੁਹਾਨੂੰ ਡਿਟੇਲ ਦੇ ਦਿਆਂਗੇ। ਪਰ ਮੇਰੇ ਹਿਸਾਬ ਨਾਲ ਪੰਜਾਬ ਦੀ ਜੋ ਇੰਡਸਟਰੀ ਦਾ ਨੁਕਸਾਨ ਹੋਇਆ ਸਿਰਫ ਮਹਾਮਾਰੀ ਦੇ ਕਾਰਨ ਨਹੀਂ ਹੋਇਆ, ਬਾਕੀ ਕਾਰਨਾਂ 'ਚ ਵੀ ਹੈ। ਤੁਹਾਡੀਆਂ ਜਿਹੜੀਆਂ ਸਪਲਾਈ ਚੇਨ ਸੀਗੀਆਂ ਉਹ ਡਿਸਰਪਟ ਹੋ ਗਿਆ ਸੀਗਾ, ਕਿਉਂਕਿ ਜਦੋਂ ਅੰਦੋਲਨ ਸੀਗਾ, ਦੇਖੋ ਅਗਰ ਫੈਕਟਰੀ ਤੋਂ ਮਾਲ ਨਹੀਂ ਉੱਠੇਗਾ, ਫੈਕਟਰੀ 'ਚ ਇਨਪੁਟ ਨਹੀਂ ਆਏਗੀ, ਕਿਉਂਕਿ ਅੰਦੋਲਨ ਹੈਗਾ, ਉਹਦੇ ਨਾਲ ਨੁਕਸਾਨ ਤਾਂ ਹੋਏਗਾ। ਤੇ ਅਸੀਂ ਉਸ ਦੇ ਵਾਸਤੇ ਸਪੈਸ਼ਲ ਮੈਜਰਸ ਅਸੈਸਮੈਂਟ ਕਰਕੇ ਦੇਣ ਨੂੰ ਤਿਆਰ ਹਾਂ। ਠੀਕ ਹੈ, ਇੱਕ ਹੋਰ ਸਵਾਲ ਆਡੀਅנס ਚੋਂ ਇੱਕ ਸਵਾਲ ਲੈ ਲੈਣੇ, ਇੱਕ ਸਵਾਲ ਹੋ ਰਿਹਾ ਆਡੀਅנס ਦੇ ਵਿੱਚੋਂ। ਹੈਲੋ, ਹਰਦੀਪੁਰ ਜੀ, ਸਤਿ ਸ੍ਰੀ ਅਕਾਲ ਸਰ। ਤੁਹਾਡੇ ਜਿਹੜੀ ਹੈ ਕਨਵਰਸੇਸ਼ਨ ਚੱਲ ਰਹੀ ਹੈ ਬੜੀ ਅੱਛੀ ਲੱਗ ਰਹੀ ਹੈ, ਤੇ ਇਹਦੇ ਵਿੱਚੋਂ ਹੀ ਇੱਕ ਦੋ ਸਵਾਲ ਮੇਰੇ ਮਨ 'ਚ ਆਏ ਸੀ, ਤੇ ਤੁਸੀਂ ਇਹ ਨਾ ਸੋਚਣਾ ਕਿ ਮੈਂ ਮਜ਼ੇ ਲੈ ਰਿਹਾ ਇਹਦੇ ਸਵਾਲਾਂ ਦੇ। ਇੱਕ ਤੁਸੀਂ ਗੱਲ ਕੀਤੀ ਕਿ 70 ਸਾਲ
यही कहते रहे कि गरीबी हटाओ। बीजेपी 7-8 साल हो गए थे सत्ता चाहे। मैनू ये दसो कि ਜਿਹੜੇ ਤੁਸੀਂ ਪੈਟਰੋਲੀਅਮ ਮੰਤਰੀ, ਤੁਹਾਡੇ ਕੋਲ ਮੰਤਰਾਲੇ ਹੈਗਾ, ਪੈਟਰੋਲ ਦੇ ਰੇਟ ਪਹਿਲੀ ਵਾਰੀ 100 ਰੁਪਏ ਤੋਂ ਪਾਰ ਚਲੇ ਗਏ, ਜਿਹੜੇ 40-50 ਰੁਪਏ ਤੱਕ ਮਿਲਦੇ ਸੀ, ਕਿਤੇ 35-40 ਰੁਪਏ ਤੋਂ। ਫਿਰ ਗੈਸ ਸਿਲੰਡਰ ਸੀ 400-500 ਦਾ ਮਿਲਦਾ ਸੀ, ਅੱਜ 900 ਰੁਪਏ ਦਾ ਹੋ ਗਿਆ। ਇਹਨੂੰ ਕੀ ਸਮਝਿਆ ਜਾਵੇ ਕਿ ਗਰੀਬੀ ਖਤਮ ਹੋ ਗਈ ਹੈ ਜਾਂ ਮਹਿੰਗਾਈ ਵੱਧ ਗਈ ਹੈ? ਦੂਸਰਾ ਸਵਾਲ ਮੇਰਾ ਇਹ ਹੈ ਕਿ ਤੁਸੀਂ ਕਹਿੰਦੇ ਬੀਜੇਪੀ ਦੇ ਵਿੱਚ ਇੱਕ ਨਾ ਗੱਲ ਚੱਲਦੀ ਅੱਜ ਕੱਲ੍ਹ ਕਿ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਜਦੋਂ ਹੋਣੇ ਆ, ਉਹ ਜਿਹੜੀ ਸਭ ਤੋਂ ਸੇਫ ਸੀਟ ਹੈਗੀ ਹੈ ਉਹ ਅੰਮ੍ਰਿਤਸਰ ਦੀ ਹੈ। ਬੀਜੇਪੀ ਦੇ ਜਿਹੜੇ ਕੈਂਡੀਡੇਟ ਹੁਣ ਆਉਣਾ ਚਾਹੁੰਦੇ, ਜਿਹੜੇ ਦਾਅਵਾ ਕਰਨਾ ਚਾਹੁੰਦੇ ਆਪਣੀ ਸੀਟਾਂ ਦਾ, ਉਹਨਾਂ ਨੂੰ ਲੱਗਦਾ ਕਿ ਇੱਥੋਂ ਹਾਰ ਵੀ ਜਾਓ ਨਾ ਤੇ ਸੈਂਟਰ 'ਚ ਜਾ ਕੇ ਮੰਤਰੀ ਬਣ ਜਾਂਦਾ ਹੈ। ਇਹ ਤੁਸੀਂ ਕੀ ਵਾਕਈ ਇੱਦਾਂ ਹੀ ਹੈ ਕਿ ਜਦੋਂ ਜੇਤਲੀ ਜੀ ਹਾਰੇ ਉਹ ਵੀ ਸੈਂਟਰ 'ਚ ਜਾ ਕੇ ਮਿਨਿਸਟਰ ਬਣ ਗਏ, ਤੁਸੀਂ ਹਾਰੇ ਤੁਸੀਂ ਵੀ ਸੈਂਟਰ 'ਚ ਮਿਨਿਸਟਰ ਬਣ ਗਏ? ਹੁਣ ਬੀਜੇਪੀ ਦੇ ਵਿੱਚ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਲੋਕ ਸਭਾ ਦਾ, ਉਹਨਾਂ ਨੂੰ ਲੱਗਦਾ ਕਿ ਸਭ ਤੋਂ ਸੇਫ ਸੀਟ ਉਹੀ ਹੈ, ਜਿੱਤ ਗਏ ਤਾਂ ਵੀ ਮੰਤਰੀ, ਹਾਰ ਗਏ ਤਾਂ ਵੀ ਮੰਤਰੀ। ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਇਹ ਦੋ ਸਵਾਲ ਪੁੱਛੇ ਨੇ। ਇੱਕ ਤੇ ਜ਼ਰਾ ਮਜ਼ਾਕੀਆ ਸਵਾਲ ਹੈ, ਦੂਜੇ ਦਾ ਮੈਂ ਤੁਹਾਨੂੰ ਸੀਰੀਅਸ ਜਵਾਬ ਦੇ ਦੇਣਾ। ਮੈਂ ਕਿਉਂਕਿ ਸਾਡੀ ਸਰਕਾਰ 7 ਸਾਲ ਵਾਸਤੇ ਰਹੀ ਹੈ, ਇਸ ਲਈ ਮੈਂ ਇਹਦਾ ਐਨਾਲਿਸਿਸ ਕਰਵਾਇਆ ਸੀ 1973 ਤੋਂ। 1973 ਕਿਉਂ, 73 ਤੋਂ ਕਿਉਂ? ਕਿਉਂਕਿ ਉਸ ਵਕਤ ਮੈਂ ਯੂਨੀਵਰਸਿਟੀ 'ਚ ਪੜ੍ਹਾਉਂਦਾ ਸੀਗਾ, ਇੱਕ ਦਿੱਲੀ ਯੂਨੀਵਰਸਿਟੀ ਕਾਲਜ ਵਿੱਚ। ਮੇਰੀ 400 ਰੁਪਏ ਤਨਖਾਹ ਸੀਗੀ ਤੇ ਮੈਨੂੰ ਪਤਾ ਹੈ ਪੈਟਰੋਲ ਦਾ ਕੀ ਪ੍ਰਾइस ਸੀਗਾ। 1 रुपये 25 पैसे होता था लीटर, जो मैं अपने लम्बरेटा स्कूटर में लगवाता था। तो मैं प्राइस राइज देखिए 1973 तो 2000 टू 2007 कड्डे कड्डे अगे दसा ਤੁਹਾਨੂੰ ਮੈਂ ਸਾਰਾ एनालिसिस भेज देना। मोदी जी ਦੇ 7 ਸਾਲ ਵਿੱਚ ਸਭ ਤੋਂ ਘੱਟ ਪੈਟਰੋਲ ਪ੍ਰਾइस ਦੀ इंक्रीज़ हुई है, 30% हुई है, और सब तो ज़्यादा हुई है कांग्रेस के टाइम ਤੇ 122%। ਤੇ ਕਾਂਗਰਸ ਨੇ ਆਪਣੇ ਟਾਈਮ ਤੇ ਕੀ ਕੀਤਾ ਸੀ? ਤਦੇ ਮੈਂ ਤੁਹਾਨੂੰ ਇੱਕ ਥੈਂਕ ਯੂ ਲੈਟਰ ਲਿਖਣਾ ਕਿ ਤੁਸੀਂ ਇਹ ਸਵਾਲ ਪੁੱਛਿਆ। ਕਾਂਗਰਸ 2004 ਤੇ 14 ਦੇ ਵਿਚਕਾਰ 2005 ਵਿੱਚ ਇਹਨਾਂ ਨੇ ਆਇਲ ਬੌਂਡਸ ਫਲੋਟ ਕਰਨੇ ਸ਼ੁਰੂ ਕੀਤੇ। ਆਇਲ ਬੌਂਡ ਦਾ ਮਤਲਬ ਇਹ ਹੈ, ਮੈਂ ਭੈਣ ਜੀ ਨੂੰ ਤੇ ਭਾਈ ਸਾਹਿਬ ਨੂੰ ਸਸਤਾ ਦੇਣਾ ਚਾਹੁੰਦਾ ਪੈਟਰੋਲ, ਤੇ ਮੈਂ ਬੌਂਡ ਫਲੋਟ ਕਰਨਾ ਤੇ ਪੈਸੇ ਰੇਜ਼ ਕਰਨਾ। ਤੇ 2005 ਤੋਂ ਇਹਨਾਂ ਨੇ ਜਿਹੜੇ ਆਇਲ ਬੌਂਡ ਫਲੋਟ ਕੀਤੇ, 1,41,000 ਕਰੋੜ ਦੇ ਆਇਲ ਬੌਂਡ ਫਲੋਟ ਕੀਤੇ। ਤੁਹਾਨੂੰ ਪਤਾ ਹੈ ਕਿ ਉਹਦਾ ਕਿੰਨਾ ਦੇਣਾ ਪੈ ਰਿਹਾ ਸਾਨੂੰ ਵਾਪਸ? 3,20,000 ਕਰੋੜ। 3,20,000 ਕਰੋੜ ਦਾ ਮਤਲਬ ਇਹ ਹੈ ਕਿ ਪਿਛਲੇ ਸਾਲ ਦਾ, ਮੈਂ ਪਿਛਲੇ ਵਾਲਾ ਫਾਈਨੈਂਸ਼ੀਅਲ ਈਅਰ ਦਾ ਗੱਲ ਕਰ ਰਿਹਾ 2021 to 22, ਕਿ ਹੁਣ ਤੇ 22 ਚ ਗਿਆ ਪਰ ਫਾਈਨੈਂਸ਼ੀਅਲ ਈਅਰ 1 ਅਪ੍ਰੈਲ ਤੋਂ ਅਗਲਾ ਸ਼ੁਰੂ ਹੋ ਜਾਏਗਾ। 20,000 ਕਰੋੜ ਅਸੀਂ ਦਿੱਤਾ, ਉਸ ਤੇ ਇੰਟਰਸਟ ਹੈ। ਤੇ ਅਜੇ ਵੀ ਸਾਨੂੰ ਪਤਾ ਨਹੀਂ 1,60,000 1,80,000 ਕਰੋੜ ਅਜੇ ਦੇਣਾ ਸਾਨੂੰ। ਤੇ ਇਹ ਤਾਂ ਬਿਲਕੁਲ ਇਰਰਿਸਪੌਂਸਿਬਲ ਸਟਾਈਲ ਆਫ ਗਵਰਨਮੈਂਟ ਹੈ। ਤੁਸੀਂ ਪੈਟਰੋਲ ਨੂੰ ਥੋੜਾ ਸਸਤਾ ਰੱਖਣਾ ਚਾਹੁੰਦੇ ਹੋ ਤੇ ਆਪਣੇ ਵਾਸਤੇ ਥੋੜੀ ਜੀ ਸਿਚੁਏਸ਼ਨ काम करना चाहते हो, अपने बच्चों के ग्रैंड चिल्ड्रन ਨੂੰ ਉਹਨਾਂ ਨੂੰ ਕਹੋ ਤੁਸੀਂ ਕਰਜ਼ਾ ਪੂਰਾ ਕਰਨਾ। ਦੂਜਾ ਸਵਾਲ ਤੁਹਾਡਾ ਕੀ ਸੀਗਾ ਮੈਨੂੰ? ਅੰਮ੍ਰਿਤਸਰ, ਉਹ ਬੜਾ ਮਜ਼ਾ, ਮੈਨੂੰ ਬੜਾ ਮਜ਼ਾ ਆਉਂਦਾ। ਦੇਖੋ ਇੰਜ ਹੈ, ਜਦੋਂ ਮੈਂ ਅੰਮ੍ਰਿਤਸਰ जेटली साहब वास्ते कैंपेनिंग कर रहा ਸੀਗਾ, मैं लोगों ने कहता सी, मैंने कहा भाई ये तो तुम्हारी इंश्योरेंस पॉलिसी है, अगर आप जेटली साहब के लिए वोट करोगे तो ये बन जाएंगे वित्त मंत्री, फाइनेंस मिनिस्टर या कुछ और बड़े पोस्ट पे लगाने के। तो पता था मोदी जी लगाने वाले हैं, तो उन्होंने जो कारण दिए वो मैं यहाँ पे पब्लिक में नहीं कह सकता कि क्यों उन्होंने वोट नहीं की, वो मैं आपसे अकेले में बताऊंगा बाद में। हाँ, जेटली जी की पर्सनैलिटी ऐसी थी कि वो इलेक्शन लड़ते ना लड़ते वो इम्पोर्टेंट, मेरे साथ यूनिवर्सिटी मेरे पुराने मित्र हैं, वो इतने करीब थे और इतने उनकी कंट्रीब्यूशन रही है पार्टी के लिए पिछले पता नहीं कितने साल से। वो इलेक्शन लड़े ना लड़े वो उनका मेजर कंट्रीब्यूशन होना ही होना था। बिल्कुल आखिरी सवाल वाल पर वध रहे हैं। मोदी जी ने फिरोजपुर च रैली करनी सी, हो नहीं सकी, किसी कारण पिछे मुड़ गए। बीजेपी का स्टेटमेंट आया कि एक रैली नहीं हुई पर पंजाब के कोने कोने च रैली होगी, उसका असर बहुत वड्डा होया। हुण फिर प्रधानमंत्री जी पंजाब आ रहे हैं, 1-2 दिन दे विच रैली करूगे, ये रैली करके ਇਹਦਾ असर ज़्यादा होगा या जिहड़ी रैली नहीं हुई सी वो ज़्यादा असरदार सी?
ਮੈਡਮ ਜੀ ਉਸ ਦਿਨ ਸ਼ਾਇਦ 5 ਤਰੀਕ ਸੀਗੀ, ਮੈਂ ਖੁਦ ਫਿਰੋਜ਼ਪੁਰ 'ਚ ਸੀਗਾ, ਮੈਂ ਮੌਜੂਦ ਸੀਗਾ। 2 ਰੈਲੀ ਦੀਆਂ ਸਾਈਟ ਸੀਗੀਆਂ। ਇੱਕ ਤੇ ਪਹਿਲੀ ਜਗ੍ਹਾ ਜਿਹੜੀ ਜਿੱਥੇ PGI ਦੀ ਉੱਤੇ ਬਾਕੀ ਡਿਵੈਲਪਮੈਂਟ ਪ੍ਰੋਜੈਕਟਸ ਹੈਗੇ, ਇਹ ਜਿਹੜਾ ਕਟਾਰਾ ਹਾਈਵੇ ਉਹ ਸਾਰਾ ਉਹਦੇ ਕਰਨਾ ਸੀ, ਬਾਕੀ ਚੀਜ਼ਾਂ ਕਰਨੀਆਂ। ਦੂਜਾ ਜਿੱਥੇ ਮੇਨ ਰੈਲੀ ਹੋ ਰਹੀ ਸੀ, ਤੁਹਾਨੂੰ ਪਤਾ ਹੈ ਮੈਂ ਪਿੱਛੇ ਜਿੱਥੇ ਵੀ ਗਿਆ ਅੰਮ੍ਰਿਤਸਰ ਸਾਹਿਬ ਤੋਂ 101 ਬੱਸ ਇੱਕ ਮੇਰੇ ਸਾਡੇ ਕਾਰਿਆਕਰਤਾ ਨੇ ਕੀਤੀ। ਲੁਧਿਆਣੇ 'ਚੋਂ ਮੈਂ 180 ਬੱਸਾਂ ਪੁਸ਼ਪਿੰਦਰ ਜੀ ਮੈਨੂੰ ਦੱਸ ਰਹੇ ਸੀਗੋ, ਇਹਨਾਂ ਨੇ ਕੌਨਸ਼ੀਅਸ ਡਿਸੀਜਨ ਲਿੱਤਾ ਹੈ ਕਿ ਇਹ ਰੈਲੀ ਨਹੀਂ ਹੋਣ ਦੇਣਗੇ, ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਅਗਰ ਰੈਲੀ ਹੋ ਜਾਂਦੀ ਤਾਂ ਇਹਦੇ 'ਚ ਪਤਾ ਨਹੀਂ BJP ਦੀ ਵਾਰ ਬਣ। ਦੇਖੋ ਇਹ ਪੋਲੀਟੀਕਲ ਇਮੈਚੋਰਿਟੀ ਹੈ, ਮੈਂ ਉਸ ਤੋਂ ਜ਼ਿਆਦਾ ਕਹਿ ਨਹੀਂ ਸਕਦਾ। ਮੈਂ ਖੜਾ ਸੀ ਜਦੋਂ DG पुलिस माननीय मुख्यमंत्री जी से बात कर रहे थे, ठीक है। ਹੁਣ एक सुप्रीम कोर्ट ने इंक्वायरी कमेटी बिठाई है, सुप्रीम कोर्ट की जस्टिस इंदू मल्होत्रा जी ਦੇ ਉਹਨਾਂ ਦੀ ਅਧਿਕਸ਼ਤਾ ਵਿੱਚ। ਉਹਨੂੰ ਪਤਾ ਨਹੀਂ ਕੀ ਕਹਿ, ਸੋ ਇਸ ਲਈ ਮੇਰੇ ਵਾਸਤੇ ਖਿਲੇ, ਪਰ ਮੈਨੂੰ 100% ਕਲੀਅਰ ਆ ਕਿ ਉਸ ਦਿਨ ਰੈਲੀ ਤੇ ਇਹਨਾਂ ਨੇ ਬੰਦ ਕਰਵਾਈ, ਇੱਕ ਸਿਕਿਉਰਿਟੀ ਸਿਚੁਏਸ਼ਨ ਕ੍ਰੀਏਟ ਕੀਤੀ। ਤੇ ਪ੍ਰਧਾਨ ਮੰਤਰੀ ਜੀ 15-20 ਮਿੰਟ ਵਿੱਚ ਇੱਕ ਫਲਾਈਓਵਰ ਤੇ ਆਲਮੋਸਟ ਟ੍ਰੈਪਡ ਸੀਗੇ। तो बॉर्डर तो कितना दूर है वो पता नहीं 12-15 किलोमीटर, तो ड्रोन वोन ये बहुत सीरीयस सिचुएशन है। पर मनु लगता है उन्होंने वास्ते काउंटर प्रोडक्टिव होया, क्योंकि ये सिचुएशन सीगी अगर वो चाहते सी पोलिटिकली नहीं होने देना, उसका असर उल्टा होया। हुण पहले की सीगा कि नहीं वो कार्यकर्ता नहीं, हुण साडी कैंपेनिंग 116 हल्कियां च हो रही है, 116 MLA सीटां च हो रही है। तो बाकी जो प्रधानमंत्री जी की प्रोग्राम होएगा फिजिकल वर्चुअल, ये तो पता लग जाएगा अगले कुछ दिन। ਇਹ ਕਾਊਂਟਰ ਪ੍ਰੋਡਕਟਿਵ ਕਿਵੇਂ ਰਹੀ? ਮਤਲਬ ਵਿਕਟਮਾਈਜੇਸ਼ਨ ਦੀ ਪੋਲਿਟਿਕਸ ਕਰ ਲਈ, BJP ਨੇ ਵੀ ਸਟੈਂਡ ਚੇਜ਼ ਕਰ ਲਿਆ ਉਸ ਮੌਕੇ ਤੇ। नहीं विक्टिमाइजेशन नहीं। देखो मैं दस रहा, प्रधानमंत्री जी इस ये जो 5 स्टेट्स में चुनाव हो रहे हैं, प्रधानमंत्री जी ने गोवा च रैली की है, प्रधानमंत्री जी ने उत्तर प्रदेश में रैलीज की है, उत्तराखंड में की है, सब जगह लार्ज टर्न आउट। वो की होंदा है लोग देखते हैं इंप्रैस होंगे भुल जाते हैं। पर ये जी फिरोजपुर वाली रैली है 5 तरीक की, ये बड़े साल याद रहेगी। काउंटर प्रोटेक्टिव इसलिए BJP विक्टिम पॉलिटिक्स नहीं खेलती। देखो जी इन जगह तुहाड़ियां 303 सीटां होण लोक सभा तुसी इंडिया च लार्जेस्ट पार्टी हो, तो तुसी विक्टिम किस वास्ते बनोगे? तुसी तो अपने जिहड़ा तुसी विकास का काम कीता है उहदे दम ते तुसी प्रचार करोगे। ਫਾਈਨਲ ਕਮੈਂਟ 2 ਸ਼ਬਦਾਂ 'ਚ ਦੱਸ ਦਿਓ। 14 ਤਰੀਕ ਨੂੰ ਪ੍ਰਧਾਨ ਮੰਤਰੀ ਫੇਰ ਆ ਰਹੇ ਨੇ ਪੰਜਾਬ ਦੇ ਵਿੱਚ। ਹੁਣ BJP ਨੂੰ ਲੱਗਦਾ ਕਿ PM ਦੀ ਵਿਜ਼ਿਟ ਦੇ ਨਾਲ, PM ਦੇ ਦੌਰੇ ਦੇ ਨਾਲ ਫਿਜ਼ਾ ਬਦਲ ਜਾਏਗੀ, ਕਿਉਂਕਿ ਮੋਦੀ ਫੈਕਟਰ ਇੱਕ ਬਹੁਤ ਪਲੱਸ ਪੁਆਇੰਟ ਹੁੰਦਾ BJP ਦੇ ਲਈ ਹਰ ਸਟੇਟ ਦੇ ਵਿੱਚ। ਥੋੜਾ ਛੋਟਾ ਜਿਹਾ ਕਮੈਂਟ ਦੇ ਦਿਓ ਇਸ ਤੇ। मैं अपने व्यूज़ ਤੁਹਾਡੇ ਨਾਲ शेयर कर चुका। ऑलरेडी हवा बदल रही है। हाँ, मोदी जी ने रैली ਦੇ ਨਾਲ, मोदी जी की पार्टिसिपेशन ਨਾਲ सिर्फ पंजाब नहीं सारी स्टेट्स बड़ा सानों की कहते हैं अंग्रेजी शॉट इन दी आर्म, सानों दम मिलता है वो। तो फैक्ट इज़ कि ही इज़ द मोस्ट पॉपुलर लीडर प्लस क्रेडिबिलिटी। कदों वो कहते हैं कि मैं पंजाब का विकास कर देंगा, ही मीनस इट, तो करके दिखाएंगे। बहुत धन्यवाद पुरी साहब। सो सन हरदीप पुरी बहुत इंटरस्टिंग जवाब दिते, हालांकि बहुत सारे तिखे सवाल भी किए पर अपने ढंग के नाल खोल के बोले ने, बहुत इंटरस्टिंग उन्होंने जवाब दिते ने। पंजाब दे विच BJP दे बहुत सारे केंद्र दे वजीर बैठे ने जिहड़े पंजाब दे विच BJP दे लई सियासी जमीन तैयार करन दा काम कर रहे हैं। आसवंद ने कि 14 फरवरी ਨੂੰ ਜਦੋਂ प्रधानमंत्री पंजाब दे विच आउणगे ते ਉਹ सियासी ਜ਼ਮੀਨ ਤੇ ਕਿਤੇ ਫੁੱਲ ਵੀ ਲੱਗਦੇ ਵਿਖਾਈ ਦੇਣਗੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ दैनिक सवेरा ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।